be saved. ICC presents Heaven's Gate. Jesus said, I am the door. If anyone enters through me, he shall be saved. ਸਭ ਸੁਣਨੇ ਵਾਲੇ ਭੈਣਾਂ ਭਰਾਵਾਂ ਦਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਜੀ ਆਇਆਂ ਨੂੰ ਔਰ ਸਭ ਨੂੰ ਮਿੱਠੀ ਤੇ ਪਿਆਰੀ ਜੈ ਮਸੀਹ ਦੀ। ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇ, ਆਸ਼ੀਸ਼ ਦੇ, ਜੋ ਤੁਸੀਂ ਅੱਜ ਸਾਥ ਦੇਣ ਦੇ ਲਈ ਫਿਰ ਆ ਗਏ ਹੋ ਹੈਵਨਸ ਗੇਟ ਟੀਵੀ ਦੇ ਉੱਤੇ ਆਪਣਿਆਂ ਦਾ। ਔਰ ਅਸੀਂ ਆਪਣੇ ਉਦੋਂ ਬਣੇ ਆ ਜਦੋਂ ਆਪਣਾ ਯਿਸੂ ਸਾਡੇ ਲਈ ਸਭ ਕੁਝ ਕਰ ਗਿਆ, ਯਾਨੀ ਸਲੀਬ ਦੇ ਉੱਤੇ ਉਹਨੇ ਆਪਣੀ ਜਾਨ ਦੇ ਦਿੱਤੀ ਔਰ ਜਿਹਦੇ ਵਸੀਲੇ ਦੇ ਨਾਲ ਅੱਜ ਤੁਸੀਂ ਔਰ ਆਪਾਂ ਯਾਨੀ ਅਸੀਂ ਜਿਹੜੇ ਭਰਾ ਇੱਥੇ ਬੈਠੇ ਹਾਂ ਅਸੀਂ ਸਭ ਆਪਣੇ ਹੋ ਗਏ ਹਾਂ, ਕਿਉਂਕਿ ਅਸੀਂ ਇੱਕੋ ਲਹੂ ਦੇ ਨਾਲ ਖਰੀਦੇ ਗਏ ਹਾਂ। ਸੋ ਪਰਮੇਸ਼ਵਰ ਦਾ ਵਚਨ ਜਿਹੜਾ ਪਰਮੇਸ਼ਵਰ ਦੀ ਬਾਣੀ ਹੈ, ਕਹੌਤਾਂ ਉਹਦਾ 8 ਅਧਿਆਇ ਔਰ ਉਹਦੀ 17 ਆਇਤ ਵਿੱਚ ਲਿਖਿਆ ਕਿ ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਹਨਾਂ ਨਾਲ ਮੈਂ ਵੀ ਪ੍ਰੀਤ ਲਾਉਂਦਾ ਹਾਂ, ਅਤੇ ਜਿਹੜੇ ਮਨੋਂ ਲਾ ਕੇ ਮੈਨੂੰ ਭਾਲਦੇ ਹਨ ਉਹ ਮੈਨੂੰ ਲੱਭ ਲੈਣਗੇ। ਸੋ ਅਗਰ ਤੁਸੀਂ ਵੀ ਅੱਜ ਲੱਭਦੇ ਹੋ ਤੇ ਤੁਸੀਂ ਵੀ ਆਪਣੇ ਬਣ ਜਾਓਗੇ, ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਕਿ ਜਿਹੜੇ ਮੈਨੂੰ ਭਾਲਦੇ ਨੇ ਉਹ ਮੈਨੂੰ ਲੱਭ ਲੈਣਗੇ, ਤੇ ਜਿਹੜੇ ਦਿਲੋਂ ਲਾ ਕੇ ਮੈਨੂੰ ਪ੍ਰੀਤ ਲਾਉਂਦੇ ਨੇ ਤੇ ਪਰਮੇਸ਼ਵਰ ਕਹਿੰਦਾ ਮੈਂ ਵੀ ਉਹਨਾਂ ਦੇ ਨਾਲ ਪ੍ਰੀਤਾ ਲਾਉਂਦਾ। ਸਾਡੇ ਨਾਲ ਪਾਸਟਰ ਥੋਮਸ ਜੀ ਆ ਔਰ ਟੈਰਸ ਸਾਹਿਬ ਸਾਡੇ ਨਾਲ ਆ, ਜਲਦੀ ਉਹਨਾਂ ਨੂੰ ਵੀ ਤੁਹਾਡੇ ਨਾਲ ਮਿਲਾਵਾਂਗੇ। ਲੇਕਿਨ ਆਓ ਆਪਾਂ ਪਰਮੇਸ਼ਵਰ ਦੇ ਅੱਗੇ ਝੁਕਦੇ ਹਾਂ, ਪਾਸਟਰ ਥੋਮਸ ਜੀ ਦੇ ਨਾਲ ਰਲ ਕੇ ਦੁਆ ਪ੍ਰਾਰਥਨਾ ਵਿੱਚ ਚੱਲਦੇ ਹਾਂ। ਜੀ ਪਾਸਟਰ ਜੀ। ਥੈਂਕ ਯੂ ਜੌਨ ਭਾਈ। ਪ੍ਰਾਰਥਨਾ ਕਰੀਏ ਸਾਰੇ ਮਿਲ ਕੇ ਜੀ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਦੂਸ 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 ਲਸ਼ਕਰਾਂ ਦੇ ਰੱਬ, ਇਬਰਾਹਿਮ ਇਸਹਾਕ ਯਾਕੂਬ ਦੇ ਖੁਦਾ, ਤੂੰ ਜਿਹੜਾ ਜੁਗੋ ਜੁਗ ਪਰਮੇਸ਼ਵਰ ਹੈ, ਤੇਰਾ ਸਿੰਘਾਸਨ ਹਮੇਸ਼ਾ ਹਮੇਸ਼ਾ ਲਈ ਕਾਇਮ ਹੈ, ਤੇਰੇ ਦਿਨਾਂ ਦਾ ਖਾਤਮਾ ਨਹੀਂ ਹੈ। ਅੱਜ ਦੇ ਸ਼ਾਮ ਵਾਸਤੇ ਤੇਰਾ ਧੰਨਵਾਦ ਕਰਨੇ ਆ ਕਿ ਤੂੰ ਸਾਨੂੰ ਜ਼ਿੰਦਗੀ ਦਿੱਤੀ ਖੁਦਾ ਬਾਪ, ਤੂੰ ਸਾਨੂੰ ਸਲਾਮਤ ਰੱਖਿਆ ਕਿ ਅਸੀਂ ਖੁਦਾ ਬਾਪ ਇਸ ਜਗ੍ਹਾ 'ਚ ਆ ਕੇ ਤੇਰੇ ਨਾਂ ਦੀ ਵਡਿਆਈ ਮਹਿਮਾ ਕਰ ਸਕੀਏ ਖੁਦਾ ਬਾਪ। ਇਸ ਟੀਵੀ ਚੈਨਲ ਵਾਸਤੇ, ਆਪਣੇ ਭਾਈ ਜੌਨ ਮਸੀਹ ਵਾਸਤੇ, ਆਪਣੇ ਭਾਈ ਸੈਮੂਅਲ ਵਾਸਤੇ ਤੇਰਾ ਧੰਨਵਾਦ ਕਰਨੇ ਆ। ਇਹ ਸਾਰੇ ਇੰਤਜ਼ਾਮ ਲਈ ਖੁਦਾ ਬਾਪ, ਔਰ ਆਪਣੇ ਆਪ ਨੂੰ, ਇਸ ਸਟੂਡੀਓ ਨੂੰ, ਸਾਰੇ ਇੰਤਜ਼ਾਮ ਨੂੰ ਤੇਰੇ ਹੱਥਾਂ 'ਚ ਸਪੁਰਦ ਕਰਨੇ ਆ ਖੁਦਾ ਬਾਪ, ਕਿ ਜੋ ਕੁਝ ਤੇਰੇ ਹੱਥਾਂ 'ਚ ਚੀਜ਼ ਹੁੰਦੀ ਹੈ ਉਹ ਸੁਰੱਖਿਅਤ ਹੁੰਦੀ ਹੈ ਖੁਦਾ ਬਾਪ, ਕਿ ਅਸੀਂ ਸੁਰੱਖਿਅਤ ਰਹੀਏ, ਸਾਡੀਆਂ ਸੋਚਾਂ ਤੇਰੇ ਵੱਲ ਹੋਣ ਖੁਦਾ। ਅਸੀਂ ਜੋ ਕੁਝ ਇੱਥੇ ਬੈਠ ਕੇ ਬੋਲੀਏ ਉਹ ਤੇਰੇ ਨਾਂ ਦੀ ਵਡਿਆਈ ਵਾਸਤੇ ਹੋਵੇ, ਔਰ ਜਿਹੜੇ ਸਾਡੇ ਭੈਣਾਂ ਭਾਈ ਟੀਵੀ 'ਤੇ ਸਾਨੂੰ ਦੇਖਦੇ ਨੇ, ਸੁਣਦੇ ਨੇ, ਉਹਨਾਂ ਦੇ ਦਿਲਾਂ ਵਿੱਚ ਤੇਰਾ ਪਿਆਰ ਕੰਮ ਕਰੇ, ਤੇਰੀ ਲੋ ਉੱਥੇ ਜਗੇ ਖੁਦਾ, ਉਹ ਤੇਰੀ ਵਡਿਆਈ ਨੂੰ ਸੁਣ ਕੇ ਕਬੂਲ ਕਰ ਸਕਣ ਖੁਦਾ, ਔਰ ਸਾਡਾ ਇੱਥੇ ਠਹਿਰਨਾ ਤੈਨੂੰ ਪਸੰਦ ਆਵੇ ਖੁਦਾ। ਇੱਥੇ ਜਿੰਨੇ ਟੈਕਨੀਸ਼ੀਅਨ ਸਾਡੇ ਨਾਲ ਕੰਮ ਕਰ ਰਹੇ ਨੇ, ਜਿਹੜੇ ਸਾਰੇ ਪ੍ਰੋਗਰਾਮ ਚਲਾਉਣ ਵਾਲੇ ਨੇ ਖੁਦਾ, ਔਰ ਆਉਣ ਵਾਲਾ ਬਾਕੀ ਸਮੇਂ ਸਭ ਕੁਝ ਖੁਦਾ ਕੁਲੀ ਤੌਰ 'ਤੇ, ਮੁਕੰਮਲ ਤੌਰ 'ਤੇ ਤੇਰੇ ਹੱਥਾਂ 'ਤੇ ਸੌਂਪਦੇ ਹੋਏ ਖੁਦਾਵੰਦ ਅਸੀਂ ਪਿੱਛੇ ਹਟਨੇ ਹਾਂ, ਔਰ ਤੇਰਾ ਪਵਿੱਤਰ ਆਤਮਾ ਸਾਡੇ ਵਿੱਚੋਂ ਹੋ ਕੇ ਕੰਮ ਕਰੇ। ਸਾਰਾ ਜਲਾਲ ਮਹਿਮਾ ਵਡਿਆਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮਿਲੇ। ਆਮੀਨ ਆਮੀਨ ਆਮੀਨ। ਬਹੁਤ ਬਹੁਤ ਸ਼ੁਕਰੀਆ ਪਾਸਟਰ ਜੀ। ਔਰ ਦੋਸਤੋ, ਇੱਕ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਲਈ ਕਿ ਪਰਮੇਸ਼ਵਰ ਦੇ ਬੰਦੇ, ਪਰਮੇਸ਼ਵਰ ਦੇ ਲਹੂ ਦੇ ਖਰੀਦੇ ਔਰ ਜਾਣੀ ਆਪਣੇ ਭੈਣ ਭਰਾ ਮੇਰੇ ਨਾਲ ਬੈਠੇ ਆ, ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਜ਼ਰੂਰ ਮਿਲਾਵਾਂਗਾ। ਟੈਰਸ, ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਮੇਰੇ ਨਾਲ ਆ, ਔਰ ਉਹ ਦਿਲ ਦੀ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਨੌਜਵਾਨੀ ਦੇ ਉਮਰ ਦੇ ਵਿੱਚ ਬਹੁਤ ਕੁਛ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ। ਮੈਂ 42 ਸਾਲ ਦਾ ਹੈ, 42 ਸਾਲ ਮੇਰੀ ਉਮਰ ਹੈ। ਮੇਰੀ ਉਹ ਸੋਚ ਜਿਹੜੀ ਹੈ, ਮੈਂ ਸਮਝਦਾ ਕਿ ਇਸ ਉਮਰ 'ਚ ਆਦਮੀ ਸਿਆਣਾ ਹੁੰਦਾ, ਸਮਝਦਾਰ ਹੁੰਦਾ ਹੈ, ਲੇਕਿਨ ਜਿਹੜੀ 15 ਸਾਲ ਦੀ, 17 ਸਾਲ ਦੀ ਉਮਰ ਹੈ, 12 ਸਾਲ ਦੀ, 14 ਸਾਲ ਦੀ ਉਮਰ ਹੈ, ਖੇਡਣ ਕੁੱਦਣ ਦੀਆਂ ਉਮਰਾਂ ਹੁੰਦੀਆਂ ਨੇ। ਲੇਕਿਨ ਇਹਨਾਂ ਉਮਰਾਂ ਦੇ ਵਿੱਚ ਜਦੋਂ ਪਰਮੇਸ਼ਵਰ ਕਿਸੇ ਬੰਦੇ ਨੂੰ ਛੂਹ ਲੈਂਦਾ ਹੈ ਔਰ ਉਹਦੇ ਜੀਵਨ 'ਚ ਕੀ ਕਰਦਾ, ਉਹ ਜੀਵਨ 'ਚੋਂ ਫਿਰ ਕੀ ਨਿਕਲਦਾ ਹੈ। ਯਿਸੂ ਮਸੀਹ ਨੇ ਕਿਹਾ ਕਿ ਅਗਰ ਤੂੰ ਮੇਰੇ ਕੋਲ ਅੰਮ੍ਰਿਤ ਜਲ ਮੰਗਦੀ ਤੇ ਫਿਰ ਜਦੋਂ ਤੂੰ ਉਹ ਜਲ ਪੀਂਦੀ ਜਿਹੜਾ ਮੈਂ ਤੈਨੂੰ ਦਿੰਦਾ, ਤੇ ਤੇਰੇ ਅੰਦਰੋਂ ਅੰਮ੍ਰਿਤ ਜਲ ਦੀਆਂ ਧਾਰਾਂ ਜਿਹੜੀਆਂ ਉਹ ਵਗਦੀਆਂ, ਅੰਮ੍ਰਿਤ ਜਲ ਦੀਆਂ ਧਾਰਾਂ ਤੇਰੇ ਅੰਦਰੋਂ ਵਗਦੀਆਂ। ਸੋ ਉਹ ਅੰਮ੍ਰਿਤ ਜਲ ਦੀਆਂ ਧਾਰਾਂ ਦੇ ਵਿੱਚੋਂ ਪਰਮੇਸ਼ਵਰ ਨੂੰ ਅੱਜ ਅੱਛਾ ਲੱਗਿਆ ਕਿ ਉਹਦਾ ਬੰਦਾ, ਉਹਦਾ ਪਰਮੇਸ਼ਵਰ ਦਾ ਆਪਣਾ ਇੱਕ ਬੱਚਾ ਜਿਹੜਾ ਹੈ ਟੈਰਸ ਸਾਡੇ ਨਾਲ ਆ, ਔਰ ਮੈਂ ਚਾਹੁੰਦਾ ਤੁਹਾਨੂੰ ਉਹਨਾਂ ਦੇ ਨਾਲ ਮਿਲਾਣਾ ਟੈਰਸ ਨਾਲ, ਔਰ ਜੋ ਵੀ ਅੱਜ ਪਰਮੇਸ਼ਵਰ ਨੇ ਉਹਦੇ ਦਿਲ ਦੇ ਵਿੱਚ ਪਾਇਆ ਔਰ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਤੁਹਾਡਾ ਸਵਾਗਤ ਕਰਦੇ ਹਾਂ ਜੈ ਮਸੀਹ ਦੀ ਟੈਰਸ। ਔਰ ਤੁਸੀਂ ਆਪਣੀ ਉਰਦੂ ਭਾਸ਼ਾ 'ਚ ਵੀ ਬੋਲ ਸਕਦੇ ਹੋ, ਇੰਗਲਿਸ਼ ਭਾਸ਼ਾ ਬੋਲ ਸਕਦੇ ਹੋ, ਜਿਹੜੀ ਵੀ ਤੁਹਾਨੂੰ ਅੱਛੀ ਲੱਗਦੀ ਆ। ਔਰ ਸਾਰੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦੇ ਕਿ ਅੱਜ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ। जी, आज मेरा पैगाम ज़्यादातर मतलब नौजवानों के लिए है, और मैं छोटी सी अपनी टेस्टिमनी शेयर करना चाहता हूँ। सबसे पहले बात है कि ये स्कूल की बात है कि जब मैंने तौबा कर ली थी, मैं उस वक्त मेरे ख्याल में शायद 13 साल का था, 13 ईयर्स ओल्ड है ना जी। तो उस वक्त मैं ईयर 10 में था, तो हमारी ऐसे एक बायोलॉजी की ना क्लास चल रही थी, तो उसमें एक डिबेट हो गई थी क्लास में, है ना। आपने सुना होगा वो इवोल्यूशन की जी जो होती है ना, तो
ऐसे एक डिबेट चल रही थी, एक साइड पे सारे क्रिश्चियन थे, दूसरी साइड पे सारे नॉन क्रिश्चियन थे जो जी, मतलब वो इवोल्यूशन को मानते थे, है ना। हम लोग कहते थे कि नहीं, खुदा ने हमें अपनी शक्ल में बनाया। जी। तो डिबेट चल रही थी, मैं क्रिश्चियन वाली साइड पे था और हमें जो क्रिश्चियन वाली साइड पे थे, हमें इतनी नॉलेज नहीं थी, तो हम मार खा गए थे बेसिकली डिबेट में। लेकिन इससे मैंने मतलब इस बात से फिर मतलब मेरे दिल में मतलब मुझे फील हुआ कि मेरे में कमी है, कि मुझे इतनी नॉलेज होनी चाहिए कि मैं अपने ईमान को डिफेंड कर सकूं। कि अगर मैं बिलीव करता हूं कि खुदा ने हमें ऐसे बनाया है, खुदा ने हमें मिट्टी से बनाया है, खुदा ने हमें मतलब कोई बंदरों वगैरह से नहीं हमाया है ना, तो फिर मुझे डिफेंड करने की ज़रूरत है। मुझे इतनी, जैसे बाइबल में लिखा है, मेरे ख्याल में पहला पतरस उसकी मेरे ख्याल में 5:8 आए थे मेरे ख्याल में जी। श्योर नहीं एग्जैक्टली, लेकिन उसका लिखा ये है कि हमें हमेशा रेडी होना चाहिए कि हम अपने आप के जवाब हम लोग दे सकें, कि हम लोग क्यों किस बात में यकीन करते हैं ना। ऑलवेज बी रेडी टू गिव एन आंसर। तो इससे फिर ये बात मेरे में मतलब एक ख्वाहिश है कि मुझे ना अपने ईमान को और मजबूत करना, मुझे अपनी नॉलेज को और बढ़ाना, कि मैं डिफेंड कर सकूं लोगों को, अपने ईमान को मैं डिफेंड कर सकूं। जी। तो मतलब मेरे नौजवानों के लिए भी ये है कि आजकल जो है स्कूल में ये वो ज़माना नहीं है कि जब स्कूल में जाके लोग सुबह सुबह असेंबली में दुआ करते हैं ना, जैसे 10 साल पहले होता था जी। अब डिफरेंट है। अब स्कूल में बच्चों को इवोल्यूशन पढ़ाते हैं, है ना। चर्च में जब आते हैं तो ये पढ़ाते हैं कि चर्च में ये होता है कि 6 दिनों में दुनिया बन गई जी, है ना। स्कूल में जाओ तो टोटली बिलियंस ऑफ इयर्स। मतलब फिर बच्चों का जो है, जो क्रिश्चियन जो होंगे बच्चे, उनका फिर मतलब वो डबल माइंडेड से जैसे हो जाएंगे, है ना। उनको वो कंफ्यूज रहेंगे। चर्च में वो बोलेंगे हाँ भाई खुदा ने ऐसे सब कुछ बना लिया, और स्कूल में जाके मतलब वो थोड़ा शाय होंगे इस बात को एडमिट करने से, क्योंकि वो थोड़ा है ना ऐसे ओल्ड फैशन लगेंगे, है ना। समझेंगे कि भाई ये कहाँ से आ गया, ये कैसे पुराने ज़माने की बातें कर रहे हैं, क्या खुदा ने 6 दिन में दुनिया बना दी, खुदा ने ऐसे बोल दिया ना। तो अपने आप को अनसाइंटिफिक सा फील करेंगे, और स्कूल में ऐसी बातें फिर वो अपना फेथ मतलब डेमोन्स्ट्रेट करने से फिर डर जाते हैं, क्योंकि मेरे पास नॉलेज भी नहीं है कि वो, है ना जी। तो ये बात है, ये उनके साथ शेयर करना चाह रहा हूँ कि दुनिया में है मटेरियल। अगर आप जाएँ तो बहुत सारे ऐसे साइंटिस्ट हैं, क्रिएशनिस्ट हैं, है ना, वो अपने ईमान को डिफेंड कर सकते हैं, वो क्रिएशन को डिफेंड करते हैं, वो इवोल्यूशन को रिफ्यूट करते हैं। तो हमें जो है नॉलेज जानने की ज़रूरत है, ताकि हम लोग अपने ईमान को डिफेंड कर सकें, ताकि हमें कभी शर्मिंदगी ना ऐसे उठानी पड़े। तो जब आपने टेरेस भाई ये बात हुआ कि आपका डिबेट हुआ, और डिबेट में आपको एक बात का पता चला कि आपको कुछ नॉलेज चाहिए, आपको कुछ जानकारी चाहिए, आपको कलाम में और बढ़ना है, आपको बानी को वचन को और पढ़ना है, तो आपने क्या किया उसके लिए? उसके लिए ये था कि हमारे पास घर में, बल्कि हमारे चर्च में आती थी एक मिनिस्ट्री है, उसका नाम है आंसर्स इन जेनेसिस जी। तो वो बेसिकली साइंटिस्ट हैं, सारे साइंसदान हैं, तो वो इस बात में रिसर्च करते हैं। तो मतलब बताते हैं कि हाँ भाई इवोल्यूशन का अंका गलत है, वो आपको एविडेंस देंगे कि हाँ नूह का तूफान वाकई था जी, है ना, क्योंकि लोग समझते हैं कि वो तो कोई कहानी थी, है ना, बाबों ने बनाई हुई थी, पुराने ज़माने की कहानी है ना। पर वो फिर बताते हैं कि नहीं, ये बाइबल जो है सच है, ऐसी बातें वाकई हुई थी। तो फिर उसके बारे में सारा मतलब मैं साइंटिफिक एविडेंस में पढ़ने शुरू हो गया। तो फिर डिबेट में अब मेरे पास ज़्यादा चांस है, मैं कुछ आगे कह सकता हूँ, है ना, मैं डिफेंड कर सकता हूँ अपना बाइबल को। तो उससे फिर ये फ़ायदा हुआ। बहुत एक अच्छी बात है कि आपके जीवन में उसमें एक फ़ायदा हुआ। तो जो आपने नॉलेज लिया, आपने जो जानकारी इकट्ठा किया, आपके लिए वो बहुत अच्छा हुआ। तो उसका आपने इस्तेमाल क्या किया? आने वाले दिनों में आपको लगा कि कहीं आपका इस्तेमाल हो रहा है, जहाँ कोई पहले से क्या और अलग लगा अपने आप में? अलग ये लगा कि क्योंकि मैं जब यूनिवर्सिटी जाता हूँ, ट्रेन पे जाता हूँ, तो आते जाते मतलब स्कूल में, यूनिवर्सिटी में भी कुछ मेरे दोस्त होते हैं जिनसे मैं कभी बात करता हूँ, तो मतलब ऐसी बात हो रही होती है खुदा के बारे में या क्रिएशन के बारे में, उनके कोई अलग व्यू पॉइंट्स होते हैं, ऐसे डिबेट कभी कभी डिस्कशन हो जाता है। तो फिर उसमें फिर ये बातें सामने आती है, क्योंकि यूनिवर्सिटी में ऐसे काफ़ी डिस्कशंस होते हैं। तो इस समय आप यूनिवर्सिटी में हैं? जी, प्रेस गार्ड, बहुत अच्छी बात है। और आखिर में टेरेस भाई जो सुनने वाले हैं, तो उनको कोई ख़ास संदेश आप देना चाहते हैं? यही होगा कि जो मैंने आयत पहले पढ़ी थी कि हमेशा रेडी रहो कि आप क्यों खुदा में ईमान रखते हो, है ना। ऐसा ना हो कि कोई आपसे अगर पूछे
कि भाई आप बाइबल में क्यों यकीन करते हो, आप यीशु को क्यों मानते हो, तो हम ऐसा ना कुछ बोल दें कि भाई हमारे मम्मी डैडी मानते हैं तो हम भी मानते हैं, है ना, ऐसा ना कोई जवाब हो, मतलब कोई वाकई स्ट्रॉन्ग कन्विंसिंग आंसर हो कि हाँ मेरे जीवन में खुदा ने ये काम किया, मेरी ज़िंदगी बदल गई, ऐसा कोई मौजज़ा हो गया, या तो फिर कोई आप एविडेंस दें, है ना, कि जिससे बंदा वाकई कायल हो जाए कि हाँ। वेरी गुड, बहुत बहुत शुक्रिया टेरेस, खुदाबंद आपको बहुत बरकत दे। और मेरा ये ईमान है और जो मेरी दुआ है, और मैं समझता हूँ कि जो मेरे बहन भाई हैं, मेरे दोस्त हैं, हमारे व्यूअर हैं, और वो भी ज़रूर इस बात के लिए आपको याद करेंगे और खुदा के सामने रखेंगे, ताकि खुदावंद आपकी ज़िंदगी में और भी बढ़ोतरी पाए और खुदा की महिमा, उसका जलाल आपके जीवन में पैदा हो और उसके आपके द्वारा उसका जलाल ज़ाहिर हो, और जिससे भी आप बात करो उनको सच्चाई मालूम हो। क्योंकि मैं खुद नहीं चाहता कि कोई आदमी अपने मजहब को बदले, कोई आदमी अपने धर्म को बदले, अपने विश्वास को बदले, नहीं, बिल्कुल मैं तो नहीं चाहता। अगर कोई और लोग चाहते होंगे मुझे नहीं, लेकिन मैं ये जरूर चाहता हूं कि अगर आप सच्चाई को ढूंढ रहे हैं तो सच्चाई आपको मिल जाए। मैं ये जरूर चाहता हूं कि आप जिस पर खड़े हैं आपका वो एक पक्का जगह हो। ऐसा नहीं हो कि आप सिर्फ झूठ के ऊपर ही अपना स्टैंड बनाकर खड़े हो, ऐसा ना हो, क्योंकि जीवन जो एक ही बार मिलता है, ऐसा ना हो जाए कि पूरी उम्र आप झूठ पे अपनी बुनियाद रख के बैठे रहो और जब आपके जीवन का अंत हो तो आप पछताओ कि क्यों मैंने इस झूठ के ऊपर पूरी जिंदगी निर्भर रहा, उस पर बना रहा, उस पर कायम रहा, लेकिन आखिरी दिनों में मुझे पता चला कि ये तो सब झूठ था। तो इसलिए ये मेरी दुआ है कि टेरेस आपके द्वारा बहुत से लोगों के ऊपर सच्चाई ज़ाहिर हो जाए, और वचन कहता है कि तुम सच्चाई को जानोगे और सच्चाई तुमको आजाद करेगी। तो यही हमारी एक दुआ है कि जैसे हम आज़ाद हुए आप लोग भी आज़ाद हो जाओ, क्योंकि जब हम आज़ाद हो जाते हैं तो उसमें बहुत आनंद है, उसमें बहुत भरपूरी है। टेरेस भाई की बात के साथ कुछ बातें मैं जोड़ना चाहता हूँ। जब टेरेस ने कहा एक खास संदेश कि तैयार हो जाओ, बी रेडी, आप तैयार हो, तो दोस्त आपके दिल में एक सवाल पैदा होगा शायद कि कैसे तैयार हो सकते हैं। नंबर एक तो ये बात है, अगर अभी तक आप सच्चाई को ढूंढ रहे हो तो आप अपने आप को खोलो और उसको आवाज दो कि तुम कौन परमेश्वर हो, तुम कौन खुदा हो, तुम कौन रचयिता हो, तुम कौन दुनिया को बनाने वाला, सजाने वाला क्रिएटर तुम कौन हो, और तुझसे मैं मिलना चाहता हूँ। और अगर आप ये ख्वाहिश अपने दिल में रखेंगे, अगर ये खोज अपने जीवन में रखेंगे, तो ये मेरा ईमान कहता है और बाइबल में लिखा है कि जो खोजते हैं वो पा लेते हैं। तो अगर आप सर्च करेंगे तो आपको भी जरूर मिलेगा, इसीलिए क्योंकि मैंने खोज किया और वो मुझको मिल गया। दूसरी बात, आजकल बहुत से बहन भाई हैं जो इधर उधर ईमान तो परमेश्वर पर रखते हैं, वो आ तो जाते हैं, जा तो करते हैं, अपना जीवन तो प्रभु में ले आते हैं, प्रभु को तो अपने जीवन में ले आते हैं, उसके बाद इधर उधर की बातें आकर, दुनियावी बातें आकर उनको ट्विस्ट कर देती हैं। तो इसके लिए अगर आपके दिल में एक ख्वाहिश उठती है कि हम अपने आप को प्रिपेयर कैसे कर सकते, तैयार कैसे कर सकते, कैसे हम रेडी रह सकते, तो दो खास रिक्वेस्ट मैं आपको करना चाहूँगा। वो दोनों में से पहला रिक्वेस्ट ये है कि ये खुदा का जो कलाम है, ये जो परमेश्वर की वाणी है, ये जो आसमान से उतरा हुआ वचन है, जब तक आप इसको नहीं पढ़ते तब तक आपको नहीं पता चलता कि परमेश्वर आपको क्या कहता है, तब तक आपको परमेश्वर के बारे में कुछ नहीं पता चलता। टेरेस भाई ने बात किया कि जब उसके दिल में एक खोज था कि ये जो दुनिया कैसे बना, दुनिया कैसे सर्जा गया, और जब और कुछ सवाल थे जैसे नूह की कश्ती है और महापरलोक की बात आती है, बहुत से लोग कहते हैं नूह वो सिर्फ कहानियाँ हैं, और कुछ लोग जो साइंस में जिन्होंने कुछ मालूमात हासिल किया, जहाँ वो साइंटिस्ट थे, डॉक्टर थे, उन लोगों ने इन बातों को खोज निकाला, ढूंढा, इनको उन बुकों में, किताबों में लिख दिया और सबको दे दिया, अब जिससे लोग फ़ायदा उठाते हैं। इसी तरीके से जे अगर उनको ये ज़रूरत था कि ये कैसे बना दुनिया, तो उन्होंने उन बातों को, उस नॉलेज को ढूंढा। अगर आज आप परमेश्वर की तलाश में हैं तो फिर परमेश्वर के कलाम को पढ़ो, उसके वचन को पढ़ो, उसके अंदर देखो कि क्या है आपके लिए। जब तक आप इस वचन को नहीं पढ़ते, बहुत से सवाल आपके दिल में उठते हैं, बहुत से सवाल, आप बहुत से सवाल लेकर इधर उधर दुनिया में घूमते हैं, लेकिन हर इंसान अपने ही तरीके से आपके सवालों के जवाब आपको देता है। कभी कभी अच्छे लगते हैं, कभी कभी नहीं भी लगते।
लेकिन ये जो परमेश्वर का वचन है, जब जो जवाब आपको इसमें से मिलेंगे उसमें कोई बदल नहीं होगा, ये किसी इंसान के बताए हुए नहीं होंगे, बल्कि ये जो आपका क्रिएटर है जिसने आपको सिरजा है, ये जवाब उसकी ओर से आएंगे। जब आप इस वचन को पढ़ेंगे, मुझे याद है एक नौजवान लड़की थी, उसने कुछ सवाल मुझसे किए, तो मुझे पता था कि उसके जवाब जो हैं, फिर भी मैंने उसको कहा ऐसे कर, आप अपनी बाइबल को उठा और इसको पढ़ना शुरू कर दे। और पास्टर जी जे आपके शहर की बात है, तो उस लड़की को मैंने कहा कि तू कलाम को पढ़। तो थोड़े दिन के बाद मैंने उसको फ़ोन किया और पूछा कि बहना तो जो आपके सवाल थे उनमें से कौन कौन से जवाब आपको अभी चाहिए। तो वो कहती है जी थैंक यू वेरी मच आपका, कि जो सवाल मेरे थे उनके जवाब मुझको मिल गए। फेसबुक पे एक नौजवान लड़का था, उसके काफ़ी सवाल थे, उसने फेसबुक पर सवाल लिखा, मैंने उसको लिख दिया कि भाई मुझे इसका जवाब पता है, लेकिन मैं वाई रीज़न आपको नहीं बताना चाहता, लेकिन मैं एक रिक्वेस्ट करना चाहता हूँ कि बाइबल आपके पास है, इसमें से ढूंढ। राइट, करीब 1 महीने के बाद उस नौजवान शख्स ने उस फेसबुक पर मुझे लिखा, जॉन भाई मैं आपका थैंक यू करना चाहता हूँ। मैंने पूछा किस बात के लिए, और वो कहता कि आपने जब मुझे कहा था कि आप बाइबल को ढूंढो, बाइबल में इसके जवाब है, तो कहता मुझे बुरा लगा था, लेकिन कहता आज मैं धन्यवाद करता हूँ कि सिर्फ वही जवाब मुझे नहीं मिले जो सवाल मेरे अंदर थे, बल्कि उससे भी ज़्यादा बहुत सा और नॉलेज जो है, जानकारी मालूमात मुझे मिल गया। कैसे? परमेश्वर के वचन से, खुदा की बानी से। तो दोस्त, अगर आप तैयारी करना चाहते हो तो पहला जो कदम है वो आपने उठा लिया। मान लो कि आपने अपना जीवन परमेश्वर ने ले आए, अगर अभी तक नहीं ले आए, आज समा है, आज मौका है। टेरेस, एक नौजवान आपके सामने बैठा है और वो कहता है कि मैंने अपना जीवन परमेश्वर को दे दिया जब मैं 13 साल का था। इज द राइट? ठीक है, जब वो 13 साल का था। तो अगर आपकी उम्र शायद 12 साल की है, 14 साल की, आप कहें नहीं तो मैं तो बच्चा हूं, अभी मैं तो पूरा जवान भी नहीं हूं। तो दोस्त, परमेश्वर आपको प्यार करता है, लेकिन फैसला आपका है। अगर आप आज ही चाहते हो तो आज ही आप परमेश्वर को अपने दिल में बुला सकते हैं। अगर आप परमेश्वर को दिल में बुलाएंगे, परमेश्वर आपके दिल में आ जाएगा, खुदा आपके दिल में आ जाएगा, आप परमेश्वर की संतान बन जाएंगे। एक ऐसी अजीब शांति, एक ऐसा इत्मीनान, एक सुकून आपके जहन में, आपके जीवन में, आपके अंदर भर जाएगा। और उसके बाद दूसरा जो बात मैंने बताया कि उसके कलाम को पढ़ना, उसके वचन को पढ़ना, और जो 2 बातें मैं आपको बताने वाला था, पहला कि उसको वचन को पढ़ना और दूसरा एक प्रार्थना करना, दुआ करना। तो जे मैं आप सबको रिक्वेस्ट करना चाहता हूं, अगर आप परमेश्वर में अपने आप को रेडी करना चाहते हो, अगर आप अपने आप को परमेश्वर में तैयार करना चाहते हो, तो ये लाजमी है कि आप दुआ में, आप प्रार्थना में, आप अरदास में, आप प्रेयर में अपना टाइम गुजारो। बहुत से लोग कहते हैं कि हम चर्च में गए, हमें कुछ मिलता नहीं है। मेरे दोस्त, चर्च में बहुत कुछ है, जो आपको मिलना चाहिए वो आपको मिलता है, लेकिन आपने पहला कदम नहीं उठाया। कौन सा? आपने उसके वचन को नहीं खोला। और अगर वचन को खोला है तो दूसरी बात जो रिक्वेस्ट में आपको करना चाहता हूँ वो ये है कि कभी आपने परमेश्वर के साथ समय नहीं गुजारा। अगर आप परमेश्वर के साथ समय गुजारेंगे तो बहुत सी बातें हैं उसकी जो आपको कलाम के द्वारा पता चल गया, लेकिन बहुत सी बातें परमेश्वर आपको तब बताता है जब आप उसके साथ समय गुजारते हैं, जब आप उसके साथ बातें करते हैं। जब आप वचन को पढ़ते हैं, परमेश्वर आपसे बातें करता है। जब आप दुआ में बैठते हैं, आप परमेश्वर से बातें करते हैं। लेकिन कभी कभी ऐसा भी होता है कि जब आप दुआ में बैठते हैं, परमेश्वर से बातें करते हैं, उस समय परमेश्वर दिल की बातें आपकी से खोलता है और पर्सनल बातें आपसे खोलता है। अगर आप चाहते हैं कि आपके जीवन की वो तैयारी हो जाए, जीवन एक ही बार मिला है, दोबारा नहीं मिलेगा। आज का दिन एक ही बार आया है, ये दोबारा वापस नहीं आएगा कभी भी। पास्टर थॉमस जी मेरे पास हैं और वो जो आपके साथ रहेंगे अगले हिस्से में, और अगले हिस्से में वो अपनी गवाही भी शेयर करेंगे। उसके साथ साथ कुछ कलाम से भी हमारे लिए जरूर लेके आए हैं, जो आसमान का खाना हमारे लिए उतरा है। मैं भी खाऊंगा, आप लोग भी खाएंगे और हम जरूर तृप्त भी होंगे। बहनों भाइयों, अगर आज आप हंगरी हैं, आप भूखे हैं, अगर आज आप प्यासे हैं, तो इसीलिए हम जहां उपस्थित हैं, इसीलिए हम आज जहां आए हैं, ताकि हम उस जरूरत को खुदा की इच्छा के अनुसार पूरा कर सकें। दूसरी बात जो मैं फिर रिपीट कर रहा हूं, खुदा के साथ समय गुजारना, प्रार्थना, जो पर्सनल प्रेयर है वो बहुत इंपॉर्टेंट है। कमरे के अंदर
खुदा का कलाम ऐसा कहता, अपने दरवाजे को बंद कर और अपने कमरे के अंदर परमेश्वर कहता मेरे साथ समा गुजार। जब आप परमेश्वर के साथ, खुदा के साथ, रब के साथ समा गुजारोगे तो आप देखेंगे एक अजीब से काम आपके जीवन में हो जाएंगे। जल्दी से आपको पास्टर थॉमस की ओर ले चलूंगा, अपने आपको इंट्रोड्यूस करेंगे, उसी के बाद अगले हिस्से में भी वो आपके साथ रहेंगे। पास्टर थॉमस जी। बहुत शुक्रिया, धन्यवाद जॉन मसीह भाई। और बहुत अच्छी गल्लां पता तुसीं कीतियां ने। टैरी साहब ने भी बहुत अच्छी अपनी टेस्टिमोनी शेयर की है। और सचमुच इहो ही है जिंदगी का वचन, इस तो बगैर जीवन नहीं है। ये जीवन जड़ा है ये तो साडा तुहाडा सब दा मुकना ही एक दिन, लेकिन जड़ा इस दे बाद की होना है ਉਹਦਾ प्रबंध ਇਹਦੇ द्वारा ही है। आमीन आमीन। मेरा नाम जिवें तुसीं दस्सिया है, सब नूं कुछ हो सकदा देखण वाले मैनूं पहचानदे होण, थॉमस पट्टी मेरा नाम है। और कुछ 6 साल हो गए ने परमेश्वर की मर्जी हुई कि मैं भी ਉਹਦੇ सेवकां विचों एक छोटा जिहा सेवक बन जावां, और खुदा ने मुमकिन किया। तो 6 सालों तो असी हैंड्सवर्थ ਦੇ ਵਿੱਚ ਕਲੀਸੀਆ ਚਲਾ ਰਹੇ ਹਾਂ, 73 ਹੋਲੀ ਹੈਡ ਰੋਡ, ਮਾਰਾਨਾਥਾ ਫੈਲੋਸ਼ਿਪ। ਬਹੁਤ ਵੱਡਾ ਸਾਰਾ ਬੋਰਡ ਲੱਗਾ ਹੈ, ਲੇਕਿਨ ਸਾਡੀ ਜਿਹੜੀ ਕਲੀਸੀਆ ਹੈ, ਅਸੀਂ ਕਿਉਂਕਿ ਜਿਸ ਤਰ੍ਹਾਂ ਇੱਥੇ ਵੀ ਮੈਂ ਪੰਜਾਬੀ ਬੋਲ ਰਿਹਾ ਹਾਂ ਤੇ ਪੰਜਾਬੀ ਸਪੀਕਿੰਗ ਉਹ ਕਲੀਸੀਆ ਹੈ, ਯਸੂ ਰਾਜਾ ਦੀ ਕਲੀਸੀਆ ਉਸ ਦਾ ਨਾਂ ਹੈ ਜੀ। ਐਵਰੀ ਸੰਡੇ 3 ਵਜੇ ਉਹ ਚਰਚ ਸ਼ੁਰੂ ਹੁੰਦਾ ਹੈ ਔਰ 2:30 ਵਜੇ ਅਸੀਂ ਉੱਥੇ ਮੌਜੂਦ ਹੁੰਦੇ ਹਾਂ। ਚਰਚ ਦੇ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ। ਉਸ ਤੋਂ ਬਿਨਾਂ ट्यूसडे तो फ्राइडे की शाम 7:30 बजे मैं पंजाबी से बाइबल स्टडी देना हाँ, और जोड़े भैन भाई शौक रखते हैं वो आते हैं और खुदा के कलाम की जानकारी पा रहे हैं। और जिस तरह टैरी बेटे ने दसिया, ये भी जोड़ा एक माहौल हुंदा है बच्चों का खुदावंद से वधना, वो वास्ते माँ बाप का विश्वास ही होना बहुत जरूरी है जी। पास्टर जी मैं बहुत माफ़ी चाहांगा। दोस्तों पास्टर जी तुहाडे नाल रहणगे अगले हिस्से दे विच। चलदे हां ब्रेक दे वल। परमेश्वर तुहाडे नाल रवे और तुसीं साडे नाल बने रहना। अगले हिस्से 'च तुहाडे नाल फिर मुलाकात हुंदी है। जय मसीह दी। जय मसीह दी। बहुत बहुत प्यार भरी जय मसीह दी। और परमेश्वर तुहानू सब नू बहुत बरकत आशीष दे। थैंक यू वेरी मच अपने दिलों तो तुसी जो साथ दे रहे हो, हैवंस के टीवी नू देख रहे हो, और परमेश्वर तुहानू सबना नू बहुत सारी बरकत दे। दूसरे हिस्से में आई कि छोटी जी माफ़ी चाहता है इस गल की कि साड़ियाँ कॉलां जिहड़ियां अज लाइव है, और मैं दसना भुल गया दोस्तों, कॉलां लाइव है स्क्रीन के उत्ते नंबर जिहड़ा वो आ रहा है, और उस नंबर नू जल्दी दे नाल नोट करो, नोट करके सानू करो कॉल। पास्टर थॉमस साहब नू कुछ पूछना चाहते हो, मेरे ते कोई सवाल करना चाहते हो, बहुत औखा ना करियो है। अगर औखा सवाल करना भाई टैरस नाल उन्होंने कर लियो। अगर तुहाडे कोल कोई सवाल है, कोई नौजवान दे बारे कुछ पूछना चाहते हो, तुसीं भाई टैरस नू पूछ सकते हो। अदरवाइज असी जो सानू परमेश्वर ने सूझबूझ देती असी जरूर तुहाडे जवाब देंगे। लेकिन एक मेरी रिक्वेस्ट है कि अगर तुसीं इस वक्त इस नंबर तुहाडे सामने आ रहा है तो तुसीं जरूर कोशिश करना कि कॉल करना, ताकि असी उन्होंने कोशिश करांगे पूरी कि लाइव लै सकीए। अगर टैक्नीकली कोई सानू मुश्किल ना हुई तो पास्टर थॉमस जी इंतजार कर रहे हैं, क्योंकि परमेश्वर ने जो उन्होंने दिल दे विच भरिया वो मेरे नाल ते तुहाडे नाल साझा करन जा रहे हैं। पास्टर थॉमस जी। थैंक यू वेरी मच ब्रदर जॉन मसीह। और भैनों भाईओ, परमेश्वर का शुक्र करते हुए इस समय वास्ते थोड़े ਜਿਹੇ समय बहुत सारिया गल्लां करनियां ने, और मैं अपनी टेस्टमनी तुहाडे नाल शेयर करना चाहना। टेस्टमनी मेरी नहीं, मेरे प्रभु यसू मसीह दी है, जिहड़ा वफादार है और जिसने मेरे उत्ते अपनी वफादारी साबित की कि मैं सचमुच तेनू प्यार करना हाँ। मेरे दिल में उसने इस ईमान यकीन के नाल भर दिता है, क्योंकि जिंदगी च बहुत सारिया गवाइयां ने, बहुत बड़े बड़े जिहड़े मुश्किल हालात ने उन्हां चों मैं गुजरिया हाँ, और मेरे खुदावंद ने मैनू कदी छड्डिया नहीं। जिवें उन्हें आख्या है यशवा दी पहले ही अध्याय 5वें आयत च उहदे कि ना तेनू छड्डांगा ते ना तेनू त्यागांगा, ते उन्हें सचमुच कीता है। 2004 की गल है, मैं इस मुल्क के विच आया सां 2001 दे विच एक नर्स के तौर पर, क्वालीफाइड नर्स। और 2004 च जदों मैं एक नर्सिंग होम च काम कर रहा था तो मेरे ते कोई एक्यूजेशन लगी, बहुत शर्मनाक जी गल सी, लेकिन जो होना हुंदा है वो हो के ही रहिंदा है जिंदगी च। और उस हालात ने, उस इल्ज़ाम ने मैनू वॉल्वरहैम्पटन क्राउन कोर्ट तक पहुँचाया। मेरे ते एलीगेशन लगाए गए। वो कि नर्सिंग होम से कोई 5-6 गोरियां सन, नाल मेटरन सी। वो हालात किहड़े सन वो मैं पिछे जावांगा तो बहुत सारा टाइम लगेगा, लेकिन असल चीज़ ये सी कि वो मैनू उत्थों कड्ढण वास्ते उन्होंने ये सारी चाल चली। और मैं भी अपने
ਦਫਾ ਦੇ ਵਾਸਤੇ ਆਪਣੇ ਡਿਫੈਂਸ ਦੇ ਵਿੱਚ ਮੈਂ ਜਿਹੜਾ ਆਰਸੀਐਨ ਨਰਸਿੰਗ ਕਾਲਜ ਸੀ, ਰਾਇਲ ਕਾਲਜ ਆਫ ਨਰਸਿੰਗ, ਉਹਨਾਂ ਦੇ ਨਾਲ ਮੇਰੀ ਮੈਂਬਰਸ਼ਿਪ ਸੀ, ਉਹਨਾਂ ਦੇ ਥਰੂ ਮੈਂ ਵੀ ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਵਗੈਰਾ ਕਰਾਈ ਔਰ ਉਹ ਜਿਹੜੀ ਮੇਟਰਨ ਸੀ ਉਹਨੂੰ ਤੋਂ ਡਿਸਮਿਸ ਕਰ ਦਿੱਤਾ ਗਿਆ ਔਰ ਉਸ ਦੇ ਬਾਅਦ ਫਿਰ ਉਹਨਾਂ ਨੇ ਪੁਲਿਸ ਦੇ ਵਿੱਚ ਮੇਰੇ ਅਗੇਂਸਟ ਰਲ ਕੇ ਉਹ ਰਿਪੋਰਟ ਕਰਾਈ, ਜਿਹੜੀ ਕਿ ਤਕਰੀਬਨ 3 ਮਹੀਨੇ ਬਾਅਦ ਉਹ ਕੰਪਲੇਨ ਕਰਾ ਰਹੇ ਸਨ ਕਿ ਮੈਂ ਇਨਡੀਸੈਂਟ ਅਸੌਲਟ ਜਿਹੜਾ ਹੈ ਉਹ ਕਿਸੇ ਦੇ ਖਿਲਾਫ ਕੀਤਾ ਸੀ। ਔਰ ਉਸ ਕੇਸ ਨੂੰ ਲੈ ਕੇ ਪੁਲਿਸ ਨੇ ਮੈਨੂੰ ਚਾਰਜ ਕੀਤਾ ਔਰ ਮੈਨੂੰ ਵੋਲਵਰਹੈਂਪਟਨ ਕਰਾਊਨ ਕੋਰਟ ਦੇ ਵਿੱਚ ਟ੍ਰਾਇਲ ਜਿਹੜੇ ਸੀ ਉਹਦੇ ਵਿੱਚੋਂ ਮੈਨੂੰ ਗੁਜ਼ਰਨਾ ਪਿਆ ਔਰ ਇਹ ਤਕਰੀਬਨ 10 ਮਹੀਨੇ ਦਾ ਸਮੇਂ ਸੀ ਔਰ ਉਸ ਟਾਈਮ ਤੱਕ ਸਾਡਾ ਕੋਈ ਇਨਡੈਫੀਨਿਟ ਸਟੇ, ਪੱਕਾ ਵੀਜ਼ਾ ਕੋਈ ਨਹੀਂ ਸੀ ਇਸ ਮੁਲਕ ਦੇ ਵਿੱਚ। ਮੇਰੀ ਵਾਈਫ ਵੀ ਕੰਮ ਨਹੀਂ ਕਰਦੀ ਸੀ ਔਰ ਉਹ ਬਹੁਤ ਮੁਸ਼ਕਲ ਹਾਲਾਤ ਸੀ। ਉਸ ਟਾਈਮ ਟੈਰੀ ਬਹੁਤ ਛੋਟਾ ਜਿਹਾ ਸੀ ਔਰ ਮੈਨੂੰ ਜਿਹੜਾ ਮੇਰਾ ਪਿਨ ਨੰਬਰ ਸੀ ਉਹ ਵੀ ਐਨਐਮਸੀ ਨੇ ਸਸਪੈਂਡ ਕਰ ਦਿੱਤਾ। ਮੈਂ ਨਰਸ ਦਾ ਕੰਮ ਨਹੀਂ ਕਰ ਸਕਦਾ ਸਾਂ ਔਰ ਮੈਂ ਫੈਕਟਰੀਆਂ 'ਚ ਕੰਮ ਕੀਤੇ। ਮੈਂ ਮੇਰੇ ਬੀਵੀ ਬੱਚਿਆਂ ਨੇ ਸੀ ਰਲ ਕੇ ਲੋਕਾਂ ਦੇ ਘਰਾਂ ਦੇ ਅਖਬਾਰ, ਨਿਊਜ਼ਪੇਪਰ ਜਿਹੜੇ ਨੇ ਉਹ ਪਾਉਂਦੇ ਰਹੇ। ਜਿਸ ਹਸਪੀਟਲ 'ਚ ਮੈਂ ਨਰਸ ਦਾ ਕੰਮ ਕਰਦਾ ਸਾਂ ਉਸੇ ਹਸਪੀਟਲ 'ਚ ਮੈਂ ਲਾਂਡਰੀ 'ਚ ਕੰਮ ਕੀਤਾ ਆਪਣੀ ਵਾਈਫ ਦੇ ਨਾਲ। ਬਹੁਤ ਮੁਸ਼ਕਲ ਹਾਲਾਤ ਸਨ, ਲੇਕਿਨ ਮੇਰਾ ਖੁਦਾਵੰਦ ਵਫਾਦਾਰ ਸੀ, ਉਹ ਸਾਰੀ ਮੁਸ਼ਕਲਾਂ 'ਚ ਮੇਰੇ ਨਾਲ ਸੀ। ਜਿਵੇਂ ਜ਼ਬੂਰ 23 'ਚ ਅਸੀਂ ਪੜ੍ਹਨੇ ਆ ਕਿ ਇਸ ਭਲੇ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚੋਂ ਵੀ ਲੰਘਾਂ, ਤੂੰ ਮੇਰੇ ਨਾਲ ਹੈ ਔਰ ਮੈਂ ਉਹਨੂੰ ਆਪਣੇ ਨਾਲ ਹੀ ਵੇਖਿਆ। ਔਰ ਉਹ ਸਾਰੇ ਹਾਲਾਤ ਦੇ ਵਿੱਚ ਅਸੀਂ ਖੁਦਾ ਦੇ ਕਲਾਮ 'ਚ ਵੇਖਦੇ ਹਾਂ, ਖੁਦਾ ਦੇ ਬੜੇ ਬੜੇ ਜਿਹੜੇ ਨਬੀ ਸਨ, ਏਲੀਆ ਨਬੀ ਵੀ ਜਦੋਂ ਨੇ 400 ਬਾਲ ਦੇ ਪੁਜਾਰੀਆਂ ਨੂੰ ਕਤਲ ਕਰ ਦਿੱਤਾ ਤੇ ਇਜ਼ਾਬੈਲ ਜਿਹੜੀ ਸੀ ਮਲਕਾ, ਉਹਦੀ ਧਮਕੀ ਨੂੰ ਸੁਣ ਕੇ ਤੇ ਉਹ ਨੱਸ ਗਿਆ, ਉੱਥੋਂ ਡਰ ਗਿਆ। ਮੇਰੀ ਜ਼ਿੰਦਗੀ ਵਿੱਚ ਵੀ ਇਹੋ ਜਿਹਾ ਸਮੇਂ ਵੀ ਆਇਆ ਜਦੋਂ ਮੈਂ ਉੱਥੇ ਲਾਂਡਰੀ 'ਚ ਕੰਮ ਕਰਦਾ ਸਾਂ। ਕਾਫੀ ਮਹੀਨੇ ਹੋ ਗਏ ਸਨ, ਮੁਸ਼ਕਲ ਹਾਲਾਤ ਸਨ ਔਰ ਲੇਕਿਨ ਇੱਕ ਗੱਲ ਇਹ ਸੀ ਕਿ ਮੈਂ ਖੁਦਾ ਦਾ ਕਲਾਮ ਪੜ੍ਹਨਾ ਨਹੀਂ ਛੱਡਿਆ, ਮੈਂ ਦੁਆ ਕਰਨੀ ਨਹੀਂ ਛੱਡੀ, ਮੈਂ ਵਿਸ਼ਵਾਸੀਆਂ ਦੀ ਸੰਗਤੀ 'ਚ ਜਾਣਾ ਨਹੀਂ ਛੱਡਿਆ। ਇਹਨਾਂ ਗੱਲਾਂ ਨੂੰ ਤੁਸੀਂ ਧਿਆਨ 'ਚ ਰੱਖਿਓ ਕਿ ਤੁਹਾਡੀ ਵੀ ਜ਼ਿੰਦਗੀ 'ਚ ਜਾਂ ਜੇ ਕੋਈ ਇਸ ਜੇ ਮੁਸ਼ਕਲ ਹਾਲਾਤ 'ਚੋਂ ਗੁਜ਼ਰ ਰਿਹਾ ਹੈ ਤੇ ਯਾਦ ਰੱਖੋ ਕਿ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ, ਉਹਦੇ ਨਾਲ ਸੰਗਤੀ ਕਰਨਾ, ਉਹਦੇ ਲੋਕਾਂ ਦੇ ਨਾਲ ਸੰਗਤੀ ਕਰਨਾ, ਇਹਨਾਂ ਗੱਲਾਂ ਤੋਂ ਪਿੱਛੇ ਨਹੀਂ ਹਟਣਾ। ਮੈਂ ਤੁਹਾਨੂੰ ਦੱਸਣਾ ਹਾਂ ਕਿ ਇਹਦੇ ਕੀ ਬੈਨੀਫਿਟ ਹੋਏ ਮੈਨੂੰ, ਕਿਉਂਕਿ ਜਦੋਂ ਮੈਂ ਉੱਥੇ ਲਾਂਡਰੀ 'ਚ ਕੰਮ ਕਰਦਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਸ਼ੈਤਾਨ ਨੇ ਇੱਕ ਗੱਲ ਪਾਈ। ਉਹਨੇ ਕਿਹਾ ਕਿ ਤੂੰ ਜਿਹੜਾ ਮੌਰਗੇਜ ਤੇ ਘਰ ਲਿਆ ਹੋਇਆ ਹੈ ਇਹਦੇ ਤੈਨੂੰ ਤਕਰੀਬਨ 75,000 ਲੋਨ ਮਿਲ ਸਕਦਾ ਹੈ। ਔਰ ਮੈਂ ਇਹਦੇ ਤੇ ਥੋੜ੍ਹਾ ਜਿਹਾ ਗੌਰ ਕਰਨਾ ਸ਼ੁਰੂ ਕੀਤਾ ਤੇ ਮੈਂ ਕਿਹਾ ਕਿ ਜੇ ਮੈਂ ਇਹਦੇ ਨਾਲ ਕੋਈ 2-4 ਕ੍ਰੈਡਿਟ ਕਾਰਡ ਹੋਣ ਮੇਰੇ ਕੋਲ, ਇੱਕ ਕ੍ਰੈਡਿਟ ਕਾਰਡ ਤੇ ਕੋਈ 5-5 ਹਜ਼ਾਰ ਮੈਂ ਪੈਸੇ ਲਾਵਾਂ ਪਾਉਂਡ, ਤੇ ਮੈਂ ਕੋਈ ਲੱਖ ਤੋਂ ਬਹੁਤੇ ਪਾਉਂਡ ਇਕੱਠੇ ਕਰਕੇ ਤੇ ਮੈਂ ਪਾਕਿਸਤਾਨ ਚਲਾ ਜਾਵਾਂ। ਮੇਰੇ ਕੋਲ ਪਾਸਪੋਰਟ ਸੀ, ਮੇਰੇ ਕੋਲ ਟਰੈਵਲ ਕਰਨ ਦੀ ਪਰਮਿਸ਼ਨ ਸੀ, ਕੋਈ ਪਾਬੰਦੀ ਨਹੀਂ ਸੀ ਮੇਰੇ ਤੇ ਮੈਂ ਜਾ ਕੇ ਉੱਥੇ ਕੋਈ ਅੱਛਾ ਕਾਰੋਬਾਰ ਸ਼ੁਰੂ ਕਰ ਸਕਦਾ ਸਾਂ। ਔਰ ਇਹਨਾਂ ਗੱਲਾਂ ਤੇ ਕੋਈ ਇੱਕ ਹਫ਼ਤੇ ਤੱਕ ਮੈਂ ਧਿਆਨ ਕਰਦਾ ਰਿਹਾ। ਫਿਰ ਮੈਂ ਇਹਨਾਂ ਗੱਲਾਂ ਤੇ ਧਿਆਨ ਕਰਦੇ ਕਰਦੇ ਜਦੋਂ ਮੈਂ ਖੁਦਾ ਦਾ ਕਲਾਮ ਵੀ ਰੋਜ਼ ਪੜ੍ਹਦਾ ਸਾਂ ਤੇ ਮੈਂ ਮੱਤੀ ਦੀਆਂ 0 ਦੇ 18ਵੇਂ ਅਧਿਆਏ ਦੇ ਵਿੱਚੋਂ ਇਸ ਗੱਲ ਨੂੰ ਪੜ੍ਹਿਆ ਕਿ ਜਿਹੜਾ ਇਹਨਾਂ ਵਿਸ਼ਵਾਸੀਆਂ ਦੇ ਵਾਸਤੇ ਠੋਕਰ ਦਾ ਸਬਬ ਬਣੇ, ਉਹਦੇ ਵਾਸਤੇ ਸਜ਼ਾ ਇਹ ਹੈ ਕਿ ਉਹਦੇ ਗਲ 'ਚ ਵੱਡਾ ਪੱਥਰ, ਭਾਰਾ ਪੱਥਰ ਬੰਨ੍ਹ ਕੇ ਉਹਨੂੰ ਡੂੰਘੇ ਸਮੁੰਦਰ 'ਚ ਸੁੱਟ ਦਿੱਤਾ ਜਾਏ ਤਾਂ ਜੋ ਉਹਦੇ ਬਚਣ ਦਾ ਕੋਈ ਚਾਂਸ ਬਾਕੀ ਨਹੀਂ ਰਹਿਣਾ ਚਾਹੀਦਾ। ਮੈਂ ਇਸ ਗੱਲ ਨੂੰ ਪੜ੍ਹ ਕੇ ਤੇ ਆਪਣੀ ਸੋਚ ਤੇ ਮੈਂ ਧਿਆਨ ਕੀਤਾ ਤੇ ਇਸ ਗੱਲ ਤੇ ਧਿਆਨ ਕੀਤਾ ਕਿ ਜੇ ਮੈਂ ਇਸ ਗੱਲ ਨੂੰ ਕਰਾਂ ਜੋ ਮੈਂ ਕਰਨ ਡਿਆ ਪਲਾਨ, ਮੈਂ ਇੱਥੋਂ ਪੈਸੇ ਲੈ ਕੇ ਨੱਸ ਜਾਵਾਂ ਤੇ ਇਹ ਜਿਹੜੇ ਲੋਕ ਨੇ ਵਾਲਸਾਲ ਦੇ ਵਿੱਚ, ਉਦੋਂ ਅਸੀਂ ਇੱਕ ਕਲੀਸਿਆ ਸ਼ੁਰੂ ਕੀਤੀ ਸੀ, ਉਦੋਂ ਮੈਂ ਪਾਸਟਰ ਨਹੀਂ ਬਣਿਆ ਸਾਂ, ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ਰ ਦਾ ਵਚਨ ਜਿੰਨਾ ਕਿ ਸਾਨੂੰ ਆਉਂਦਾ ਸੀ ਅਸੀਂ ਦੱਸਦੇ ਵੀ ਸਾਂ, ਉਹਨਾਂ ਨੂੰ ਚਰਚ ਲੈ ਕੇ ਜਾਂਦੇ ਸਾਂ, ਘਰ ਛੱਡਦੇ ਸਾਂ, ਜਿਵੇਂ ਜਿਵੇਂ ਭਲਾਈ ਹੋ ਸਕਦੀ ਸੀ ਕਰਦੇ ਸਾਂ। ਤੇ ਮੈਂ ਕਿਹਾ ਕਿ ਇਹ ਜਿਹੜੇ ਲੋਕ ਮੈਨੂੰ ਇੱਕ ਪਰਮੇਸ਼ਰ ਦਾ ਬੰਦਾ ਸਮਝਦੇ ਨੇ, ਮੇਰੀ ਬੜੀ ਇੱਜ਼ਤ ਕਰਦੇ ਨੇ ਯਿਸੂ ਨਾਂ ਦੀ ਖਾਤਰ, ਤੇ ਜੇ ਮੈਂ ਪੈਸੇ ਲੈ ਕੇ ਉੱਥੋਂ ਨੱਸ ਜਾਵਾਂ ਤੇ ਉਹ ਇਸ ਗੱਲ ਲਈ ਉਹਨਾਂ ਨੂੰ ਪੱਕਾ ਹੋ ਜਾਏਗਾ ਕਿ ਮੈਂ ਜ਼ਰੂਰ ਇਹ ਕੋਈ ਇੱਥੇ ਬੁਰਾਈ ਕੀਤੀ ਸੀ, ਇਹ ਬਦੀ ਜਿਹੜਾ ਇਲਜ਼ਾਮ ਮੇਰੇ ਤੇ ਲੱਗਾ ਉਹ ਸੱਚਾ ਇਲਜ਼ਾਮ ਸੀ, ਤਾਂ ਮੈਂ ਡਰਦਾ ਨੱਸ ਗਿਆ ਹਾਂ ਤੇ ਮੈਂ ਉਹਨਾਂ ਠੋਕਰ ਦਾ ਸਬਬ ਬਣਾਂਗਾ। ਔਰ ਇਸ ਗੱਲ ਨੂੰ ਲੈ ਕੇ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਬਹੁਤ ਮੈਂ ਰੋਇਆ, ਮੈਂ ਇਸ ਗੱਲ ਦੀ ਮਾਫੀ ਮੰਗੀ ਔਰ ਮੈਂ ਕਿਹਾ ਕਿ ਕੁਝ ਵੀ ਹੋ ਜਾਵੇ ਮੈਂ ਇੱਥੇ ਠਹਿਰਾਂਗਾ, ਮੈਨੂੰ ਸਜ਼ਾ ਹੋਵੇ ਜਾਂ ਮੈਂ ਬਰੀ ਹੋਵਾਂ, ਪਰ ਮੈਂ ਇੱਥੋਂ ਨੱਸਾਂਗਾ ਨਹੀਂ, ਮੈਂ ਕਿਸੇ ਵਾਸਤੇ ਠੋਕਰ ਦਾ ਸਬਬ ਮੈਂ ਨਹੀਂ ਬਣਨਾ। ਔਰ ਉਸ ਗੱਲ ਨੂੰ ਲੈ ਕੇ ਮੈਂ ਠਹਿਰ ਗਿਆ ਔਰ ਫਿਰ ਉਹ ਸਮੇਂ ਆ ਗਿਆ ਕਿ ਜਦੋਂ ਮੈਂ ਅਦਾਲਤ 'ਚ ਪੇਸ਼ ਹੋਣਾ ਸੀ, ਮੈਂ ਜਦੋਂ ਵਕੀਲਾਂ ਕੋਲ ਜਾਂਦਾ ਸਾਂ ਉਹ ਮੈਨੂੰ ਹੀ ਗਲਤ ਸਮਝਦੇ ਸਨ। ਉਹ ਕਹਿੰਦੇ ਸੀ ਕਿ ਅਸੀਂ ਨਹੀਂ ਸਮਝਦੇ, ਸਾਨੂੰ ਨਹੀਂ ਸਮਝ ਆਉਂਦੀ ਕਿ ਇੰਨੇ ਲੋਕਾਂ ਨੇ ਤੁਹਾਡੇ ਤੇ ਕਿਉਂ ਇਲਜ਼ਾਮ ਲਾਇਆ। ਮੈਂ ਉਹਨੂੰ ਦੱਸਦਾ ਸੀ ਸਾਰਾ ਕੁਝ ਕੀ ਵਜ੍ਹਾ ਹੈ ਔਰ ਉਹ ਵੀ ਮੈਨੂੰ ਇਹ ਕਹਿੰਦੇ ਸੀ ਕਿ ਤੂੰ ਆਪਣੇ ਬੀਵੀ ਬੱਚਿਆਂ ਨੂੰ ਪਾਕਿਸਤਾਨ ਭੇਜ ਦੇ ਕਿਉਂਕਿ ਤੈਨੂੰ 4 ਸਾਲ ਦੀ ਸਜ਼ਾ ਹੋਣੀ ਹੈ। ਲੇਕਿਨ ਜਦੋਂ ਮੈਂ ਖੁਦਾ ਦੇ ਕਲਾਮ ਨੂੰ ਪੜ੍ਹਦਾ ਸਾਂ ਉਹਦੀ ਤਸੱਲੀ ਦੀਆਂ ਗੱਲਾਂ ਮੇਰੇ ਸਾਹਮਣੇ ਆਉਂਦੀਆਂ ਸਨ। ਜਦੋਂ ਮੈਂ ਜ਼ਬੂਰ 27 ਨੂੰ ਪੜ੍ਹਦਾ ਸਾਂ ਕਿ ਮੈਂ ਦੁਸ਼ਮਣਾਂ ਤੋਂ ਕਿਉਂ ਡਰਾਂ, ਮੇਰਾ ਪਰਮੇਸ਼ਵਰ ਮੇਰੀ ਨਜਾਤ ਹੈ, ਮੇਰੀ ਮੁਕਤੀ ਹੈ, ਮੇਰੀ ਰੋਸ਼ਨੀ ਹੈ। ਜਦੋਂ ਮੈਂ ਯਸਾਇਆ ਨਬੀ ਦੀ ਕਿਤਾਬ 'ਚੋਂ ਉਹਦੇ 54 ਬਾਬ 'ਚ ਉਹਦੀ ਆਖਰੀ 17ਵੀਂ ਆਇਤ ਪੜ੍ਹੀ ਕਿ ਕੋਈ ਹਥਿਆਰ ਜਿਹੜਾ ਤੇਰੇ ਵਿਰੋਧ ਬਣਾਇਆ ਗਿਆ ਹੈ ਉਹ ਕੰਮ ਨਹੀਂ ਆਏਗਾ, ਉਹ ਨਕਾਰਾ ਹੋ ਜਾਏਗਾ ਔਰ ਜਿਹੜਾ ਅਦਾਲਤ 'ਚ ਤੇਰੀ ਮੁਖਾਲਫਤ ਕਰੇ ਤੂੰ ਉਹਨੂੰ ਮੁਜਰਮ ਠਹਿਰਾਏਗਾ। ਵਾਹ। ਔਰ ਮੈਂ ਪੜ੍ਹਦਾ ਸਾਂ ਤਾਂ ਮੈਨੂੰ ਦਲੇਰੀ ਮਿਲਦੀ ਸੀ
ਔਰ ਉਹ ਪਰਮੇਸ਼ਵਰ ਨੇ ਬਿਲਕੁਲ ਠੀਕ ਸਮੇਂ ਤੇ ਮੇਰੀ ਲੋੜ ਦੇ ਮੁਤਾਬਿਕ ਉਹਨੇ ਮੈਨੂੰ ਵਚਨ ਦਿੱਤਾ। ਔਰ ਮੈਂ ਉਹਨਾਂ ਵਕੀਲਾਂ ਦੀ ਕਿਸੇ ਗੱਲ ਨੂੰ ਨਹੀਂ ਸਾ ਮੰਨਦਾ। ਮੈਂ ਕਿਹਾ ਕਿ ਤੁਸੀਂ ਸਮਝਦੇ ਹੋ ਕਿ ਕੀ ਹੁੰਦਾ ਹੈ। ਉਹ ਵਕੀਲ ਕਹਿੰਦਾ ਮੇਰਾ 20 ਸਾਲ ਦਾ ਤਜਰਬਾ ਹੈ ਇਸ ਕੰਮ ਦੇ ਵਿੱਚ। ਮੈਂ ਕਿਹਾ ਤੇਰਾ 20 ਸਾਲ ਦਾ ਤਜਰਬਾ ਠੀਕ ਆ, ਮੇਰਾ ਤੇ ਬਹੁਤ ਤਜਰਬਾ ਤੇ ਨਹੀਂ ਮੇਰੇ ਪਰਮੇਸ਼ਵਰ ਦੇ ਨਾਲ, ਪਰ ਮੇਰੇ ਪਰਮੇਸ਼ਵਰ ਦਾ ਬਹੁਤ ਤਜਰਬਾ ਹੈ ਆਪਣੇ ਵਿਸ਼ਵਾਸੀਆਂ ਦੀ ਮਦਦ ਕਰਨ ਦਾ। ਤੇ ਮੈਂ ਕਿਹਾ ਤੂੰ ਵੇਖੇਗਾ ਕਿ ਤੂੰ ਸੱਚਾ ਹੈ ਕਿ ਮੈਂ ਸੱਚਾ ਹਾਂ। ਔਰ ਖੁਦਾ ਨੇ ਉਹ ਦਿਨ ਵਿਖਾਇਆ। ਆਮੀਨ। ਜਦੋਂ ਮੈਂ ਉਹਦੀ ਗੱਲ ਨਹੀਂ ਸਾ ਮੰਨਦਾ ਤੇ ਮੇਰੇ ਦੋਸਤ ਮੇਰੇ ਜਿਹੜੇ ਨਾਲ ਜਾਂਦੇ ਸੀ ਉਹਨਾਂ ਨੂੰ ਉਹ ਵਕੀਲ ਕਹਿੰਦੇ ਸੀ ਇਹਨੂੰ ਸਮਝਾਓ ਇਹ ਪਾਗਲ ਹੈ, ਇਹਨੂੰ ਕਹੋ ਆਪਣੇ ਬੀਵੀ ਬੱਚੇ ਨੂੰ ਪਾਕਿਸਤਾਨ ਘਲਾ ਦੇਵੇ, ਇਹਨੂੰ ਜੇਲ੍ਹ ਹੋ ਜਾਏਗੀ, ਉਹਨਾਂ ਨੂੰ ਕੌਣ ਸੰਭਾਲੇਗਾ, ਹੈ ਨਾ। ਲੇਕਿਨ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ। ਔਰ ਇੱਥੇ ਤੱਕ ਮੈਂ ਤੁਹਾਨੂੰ ਇਹ ਤਜਰਬਾ ਦੱਸਣਾ ਚਾਹੁੰਦਾ ਕਿ ਤੁਸੀਂ ਇਹਨਾਂ ਮੁਸ਼ਕਲ ਹਾਲਾਤ 'ਚ ਹੁੰਦੇ ਆ ਤਾਂ ਸ਼ੈਤਾਨ ਬੜੇ ਢੰਗ ਦੇ ਨਾਲ, ਬੜੀ ਚਲਾਕੀ ਦੇ ਨਾਲ ਸਾਡੇ ਦਿਮਾਗ ਦੇ ਵਿੱਚ ਉਹ ਸ਼ੱਕ ਦੇ ਜਿਹੜੇ ਕੰਕਰ ਪਾਉਣਾ ਚਾਹੁੰਦਾ ਹੈ ਕਿ ਸਾਡਾ ਵਿਸ਼ਵਾਸ ਜਿਹੜਾ ਹੈ ਪੱਕਾ ਨਾ ਰਵੇ। ਉਹ ਜਦੋਂ ਮੇਰੇ ਟਰਾਇਲ ਸ਼ੁਰੂ ਹੋਣੇ ਸਨ ਉਸ ਤੋਂ ਕੋਈ 2-4 ਦਿਨ ਪਹਿਲਾਂ ਦੀ ਗੱਲ ਹੈ। ਮੈਂ ਇੱਕ ਦਿਨ ਸ਼ਾਪਿੰਗ ਕਰਦਾ ਸੀ ਆਪਣੇ ਬੱਚਿਆਂ ਵਾਸਤੇ, ਜਨਵਰੀ ਦਾ ਮਹੀਨਾ ਸੀ, ਤੇ ਮੈਂ ਉੱਥੋਂ ਸ਼ਹਿਦ ਦੀ ਇੱਕ ਬੋਤਲ ਚੁੱਕੀ ਤੇ ਮੈਂ ਕਿਹਾ ਕਿ ਬੱਚਿਆਂ ਵਾਸਤੇ ਮੈਂ ਲੈ ਲਵਾਂ। ਔਰ ਮੈਨੂੰ ਸ਼ੈਤਾਨ ਨੇ ਮੈਨੂੰ ਆਖਿਆ ਇੱਕ ਬੋਤਲ ਹੋਰ ਚੁੱਕ ਲੈ। ਅੱਛਾ, ਮੈਂ ਫੜ ਕੇ ਤੇ ਪਾ ਲਈ। ਫਿਰ ਜਦੋਂ ਮੈਂ ਰੱਖ ਲਈ ਫਿਰ ਮੈਂ ਆਖਿਆ ਮੈਂ ਇੱਕ ਹੋਰ ਕਿਉਂ ਰੱਖ ਲਈਏ, ਹੈ ਨਾ। ਸ਼ੈਤਾਨ ਨੇ ਆਖਿਆ ਕੀ ਪਤਾ ਤੇਰੇ ਟਰਾਇਲ ਹੋਣੇ ਨੇ, ਤੈਨੂੰ ਜੇ ਉਹਨਾਂ ਨੇ ਉੱਥੇ ਫੜ ਕੇ ਜੇਲ੍ਹ 'ਚ ਪਾ ਦਿੱਤਾ ਤੇਰੇ ਬੱਚਿਆਂ ਲਈ ਘਰ 'ਚ ਰਾਸ਼ਨ ਹੋਏਗਾ। ਮੈਂ ਬੋਤਲ ਚੁੱਕ ਕੇ ਵਾਪਸ ਰੱਖ ਦਿੱਤੀ। ਮੈਂ ਕਿਹਾ ਨਹੀਂ, ਮੈਂ ਹੀ ਵਾਪਸ ਆਵਾਂਗਾ ਇੱਥੇ ਔਰ ਮੈਂ ਹੀ ਇਹ ਬੋਤਲ ਦੁਬਾਰਾ ਲੈ ਕੇ ਜਾਵਾਂਗਾ, ਮੈਨੂੰ ਕੋਈ ਉੱਥੇ ਜੇਲ੍ਹ 'ਚ ਪਾ ਨਹੀਂ ਸਕਦਾ। ਹਾਲੇਲੂਇਆ। ਆਮੀਨ। ਆਮੀਨ। ਇਹਨਾਂ ਗੱਲਾਂ ਤੁਸੀਂ ਖਬਰਦਾਰ ਰਹਿਣਾ ਕਿ ਸ਼ੈਤਾਨ ਜਿਹੜਾ ਹੈ ਉਹ ਬਹੁਤ ਸ਼ੈਤਾਨ ਹੈ ਔਰ ਬੜੀ ਚਲਾਕੀਆਂ ਦੇ ਨਾਲ, ਕਿਉਂਕਿ ਤੁਸੀਂ ਸ਼ੱਕ ਦਾ ਕਿ ਇੱਕ ਵੀ ਕੰਕਰ ਈਮਾਨ 'ਚ ਪੈ ਜਾਵੇ ਤਾਂ ਈਮਾਨ ਖਾਲਸ ਨਹੀਂ ਰਹਿੰਦਾ ਜੀ। ਆਮੀਨ। ਅਸੀਂ ਆਪਣੇ ਈਮਾਨ ਨੂੰ ਖਾਲਸ ਰੱਖਣਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਗੁਜ਼ਰਦੇ ਹੋਏ ਸਮੇਂ ਦੇ ਨਾਲ ਅਸੀਂ ਇਹ 26 ਜਨਵਰੀ ਸੀ ਜਦੋਂ ਮੇਰੇ ਟਰਾਇਲ ਸ਼ੁਰੂ ਹੋਏ ਔਰ ਉਸ ਤੋਂ ਇੱਕ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਬੈਰਿਸਟਰ ਦੇ ਨਾਲ। ਉਦੋਂ ਵੀ ਉਹਨੇ ਆਖਿਆ, ਉਹਨੇ ਕਿਹਾ ਜੀ ਮੈਨੂੰ ਕੋਈ ਚਾਂਸ ਨਜ਼ਰ ਨਹੀਂ ਆਉਂਦਾ ਤੇਰੇ ਬਚਾਅ ਦਾ, ਤੇ ਤੂੰ ਇਸ ਤਰ੍ਹਾਂ ਕਰ, ਤੇਰੇ ਤੇ 3 ਇਲਜ਼ਾਮ ਲੱਗੇ ਨੇ, ਤੂੰ ਇੱਕ ਮੰਨ ਲੈ ਤੇ ਤੈਨੂੰ 4 ਸਾਲ ਦੀ ਬਜਾਏ 1 ਸਾਲ ਦੀ ਸਜ਼ਾ ਹੋਏਗੀ। ਜੀ ਇਸ ਦੇ ਬਾਰੇ ਪਾਸ ਜੀ ਮਾਫੀ ਚਾਹਾਂਗੇ। ਹੈਲੋ ਜੈਮਸੀ ਦੀ। हेलो जेमसी की जॉन भाई जी। हाँ जी, बहुत अच्छा प्रोग्राम है जी। और खुदा का शुक्र है जी। बिल्कुल हम भी खुदा का शुक्र करते हैं। आपका नाम बहना? जी मैं मिसेस मार्शल बोल रही हूँ वॉलसॉल से। जी मिसेस मार्शल जी, बहुत बहुत शुक्रिया आपका। और कैसे लग रहा प्रोग्राम आपको? जी टैरी को भी देखा और उसने जो अपनी टेस्टमनी बताई जी। कि जब वो 13 साल का था तो उसने खुदावंद को कबूल किया। जी। तो इस बात के लिए शुक्र है कि खुदावंद और भी इसी तरह बच्चों को अपने नाम के लिए, जलाल के लिए खड़ा करे। आमीन आमीन, आमीन। जी बस बने रहना हमारे साथ और इन सब बातों के लिए आप भी दुआ जरूर करते रहना। जी जी मैं बिल्कुल करूंगी। और पास्टर थॉमस भी बहुत अच्छी अपनी टेस्टमनी बता रहे हैं। जी खुदावंद उनको इसी तरह अपने जलाल के लिए इस्तेमाल करता रहे। आमीन। आमीन जी। बहुत बहुत शुक्रिया आपके कॉल के लिए मिसेस मार्शल जी। गॉड ब्लेस यू जी। पास हाँ जी, शुरू कर सकते हैं वापस। जी बिल्कुल। अगर दोस्त आप इस समय वॉच कर रहे हैं, आप देख रहे हैं, आप भी कॉल कर सकते हैं। हम कोशिश करेंगे आपकी कॉल को भी लाइव करने की। पास्टर जी। हाँ जी, तो हम पहुंच गए ਵੋਲਵਰਹੈਂਪਟਨ ਕਰਾਊਨ ਕੋਰਟ में, पंजाबी च आ जाने फिर जी जी। जी ਵੋਲਵਰਹੈਂਪਟਨ ਕਰਾਊਨ ਕੋਰਟ 'ਚ ਟਰਾਇਲ ਸ਼ੁਰੂ ਹੋਏ। ਉੱਥੇ ਵੀ ਟਰਾਇਲ ਤੋਂ ਪਹਿਲੇ ਵੀ ਬੈਰਿਸਟਰ ਮੈਨੂੰ ਬੁਲਾ ਕੇ ਮੈਨੂੰ ਕਹਿੰਦਾ ਜੀ ਇਹ ਹਾਲਾਤ ਨੇ, ਕਹਿੰਦਾ ਰਾਤ ਨੂੰ ਇੱਕ ਵਾਰੀ ਫਿਰ ਮੈਂ ਸਾਰੀ ਕਿਤਾਬਾਂ ਫੋਲੀਆਂ ਨੇ ਕਾਨੂੰਨ ਦੀਆਂ, ਮੈਨੂੰ ਕੋਈ ਚਾਂਸ ਨਜ਼ਰ ਨਹੀਂ ਆਉਂਦਾ ਤੇ ਤੂੰ ਇਸ ਤਰ੍ਹਾਂ ਕਰਕੇ ਇੱਕ ਐਲੀਗੇਸ਼ਨ ਮੰਨ ਲੈ, ਤੈਨੂੰ 4 ਸਾਲ ਦੀ ਬਜਾਏ 1 ਸਾਲ ਦੀ ਸਜ਼ਾ ਹੋਏਗੀ। ਮੈਂ ਕਿਹਾ ਮੈਂ ਜਿਹੜਾ ਗੁਨਾਹ ਕੀਤਾ ਨਹੀਂ, ਮੈਂ ਨਹੀਂ ਮੰਨ ਸਕਦਾ। ਮੇਰੇ ਖੁਦਾ ਦੀ ਮਰਜ਼ੀ ਹੈ ਤੇ ਮੈਨੂੰ ਜੇਲ੍ਹ 'ਚ ਲੈ ਜਾਵੇ, ਉਹਦੀ ਮਰਜ਼ੀ ਹੈ ਤੇ ਮੈਨੂੰ ਬਾਹਰ ਰੱਖੇ। ਵਾਹ। ਹੈ ਨਾ। ਮੈਂ ਕਿਹਾ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹੈ। ਕਹਿੰਦਾ ਤੁਸੀਂ ਫਿਰ ਕਹੋਗੇ ਮੈਂ ਕੇਸ ਨਹੀਂ ਲੜਿਆ ਚੰਗੀ ਤਰ੍ਹਾਂ। ਮੈਂ ਕਿਹਾ ਬੈਰਿਸਟਰ ਸਾਹਿਬ ਤੁਸੀਂ ਇੱਕ ਇਨਸਾਨ ਹੋ ਮੇਰੇ ਵਰਗੇ, ਤੁਸੀਂ ਕੁਝ ਕਰ ਨਹੀਂ ਸਕਦੇ ਮੇਰੇ ਲਈ, ਸਭ ਕੁਝ ਮੇਰੇ ਪਰਮੇਸ਼ਵਰ ਨੇ ਕਰਨਾ ਹੈ। ਉਹਨੇ ਕਿਹਾ ਠੀਕ ਹੈ ਤੁਹਾਡੀ ਮਰਜ਼ੀ ਜੀ, ਟਰਾਇਲ ਨਹੀਂ ਜਾਓ। ਮੈਂ ਕਿਹਾ ਹਾਂ ਜਾਵਾਂਗਾ। ਟਰਾਇਲ ਹੋਏ, ਖੁਦਾ ਦੀ ਮਰਜ਼ੀ। ਅਸੀਂ ਖੁਦਾ ਦੇ ਹਜ਼ੂਰੇ ਦੁਆ ਕਰਦੇ ਸਾਂ ਕਿ ਜਿਹੜੇ ਉਹਨਾਂ ਨੇ ਰਲ ਰਲ ਕੇ ਮਨਸੂਬੇ ਬਣਾਏ ਨੇ ਮੇਰੇ ਖਿਲਾਫ, ਮੇਰਾ ਖੁਦਾ ਉਹਨਾਂ ਮਨਸੂਬਿਆਂ ਨੂੰ ਨਾਕਾਮ ਕਰੇਗਾ। ਆਮੀਨ। ਔਰ ਉਸਨੇ ਕੀਤਾ ਔਰ ਅਸੀਂ ਵੇਖਿਆ ਕਿ ਉਹ ਜਿਨ੍ਹਾਂ ਨੇ ਸਿਰ ਜੋੜ ਕੇ ਮਨਸੂਬੇ ਬਣਾਏ ਸੀ, ਸਟੇਟਮੈਂਟ ਲਿਖੀਆਂ ਸਨ, ਉਹ ਆ ਕੇ ਉੱਥੇ ਆਪਣੀਆਂ ਗੱਲਾਂ ਹੀ ਭੁੱਲ ਗਈਆਂ ਕੀ ਉਹਨਾਂ ਲਿਖਿਆ ਸੀ। ਉਹਨਾਂ ਜੋ ਕੁਝ ਲਿਖਿਆ ਸੀ ਉਹਦੇ ਬਿਨਾਂ ਕੁਝ ਹੋਰ ਹੀ ਬੋਲੀ ਜਾਂਦੀਆਂ ਸਨ। ਔਰ ਮੇਰੇ ਪਰਮੇਸ਼ਵਰ ਨੇ ਮੇਰੇ ਦੁਸ਼ਮਣਾਂ ਨੂੰ ਸ਼ਰਮਿੰਦਾ ਕੀਤਾ ਔਰ ਆਪਣੇ ਯਿਸੂ ਨਾਂ ਦੀ ਖਾਤਰ ਉਸਨੇ ਮੈਨੂੰ ਸਰਬੁਲੰਦ ਕੀਤਾ। ਹਾਲੇਲੂਇਆ। ਔਰ 4 ਦਿਨ ਟਰਾਇਲ ਚੱਲੇ ਔਰ ਇਹ 31 ਜਨਵਰੀ ਦੀ ਸੀ ਦਿਨ, ਜਦੋਂ ਕਿ ਈਵਨ ਮੈਂ ਇੱਥੇ ਤੱਕ ਵੀ ਵੇਖਿਆ ਬ੍ਰਦਰ ਜੀ ਜੀ ਕਿ ਖੁਦਾ ਦੇ ਖਾਦਮ ਜਿਹੜੇ ਸਨ ਉਸ ਟਾਈਮ ਜੀ, ਤੇ ਉਹਨਾਂ ਨੇ ਵੀ ਮੇਰਾ ਕੋਈ ਐਡਾ ਕੋਈ ਹੌਸਲਾ ਨਹੀਂ ਦਿੱਤਾ। ਇੱਥੇ ਤੱਕ ਜਦੋਂ ਆਖਰੀ ਦਿਨ ਸੀ, ਇੱਕ ਖੁਦਾ ਦਾ ਖਾਦਮ ਸੀ, ਉਹਨੇ ਮੈਨੂੰ ਆਖਿਆ ਥਾਮਸ ਸਾਹਿਬ ਅੱਜ ਕਿਵੇਂ ਜਾਣਾ ਹੈ। ਰੋਜ਼ ਮੈਂ ਆਪਣੀ ਗੱਡੀ 'ਚ ਜਾਂਦਾ ਸਾਂ। ਉਸ ਦਿਨ ਕਿਉਂਕਿ ਫੈਸਲਾ ਹੋਣਾ ਸੀ, ਮੈਨੂੰ ਕਹਿੰਦਾ ਕਿਸ ਤਰ੍ਹਾਂ ਜਾਣਾ। ਮੈਂ ਕਿਹਾ ਜੀ ਮੇਰੀ ਗੱਡੀ 'ਚ ਜਾਣਾ ਹੈ।
ਜੀ ਕਹਿੰਦਾ ਸੱਚੀ ਸ਼ੋਰ? ਮੈਂ ਕਿਹਾ ਜੀ ਮੈਂ ਹੀ ਚਲਾ ਕੇ ਲੈ ਕੇ ਜਾਵਾਂਗਾ ਤੇ ਮੈਂ ਹੀ ਚਲਾ ਕੇ ਵਾਪਸ ਲੈ ਕੇ ਆਵਾਂਗਾ। ਹਾਲੇਲੂਇਆ ਆਮੀਨ। ਆਮੇਨ। ਔਰ ਖੁਦਾ ਨੇ ਇਹੋ ਹੀ ਕੀਤਾ। ਮੈਂ ਗਿਆ ਔਰ ਟ੍ਰਾਇਲ ਹੋਏ ਔਰ ਉਹਨਾਂ ਨੇ ਯੂਨਾਨਿਮਸਲੀ 12 ਲੋਕਾਂ ਦੀ ਜੂਰੀ ਨੇ ਆਖਿਆ ਨੋਟ ਗਿਲਟੀ ਨੋਟ ਗਿਲਟੀ ਨੋਟ ਗਿਲਟੀ। ਖੁਦਾ ਨੇ ਫਤਹਮੰਦ ਕੀਤਾ ਸੀ। ਉਸ ਅਦਾਲਤ ਦੇ ਕਮਰੇ ਦੇ ਵਿੱਚ ਖੁਦਾ ਦੇ ਨਾਂ ਦੇ ਜਲਾਲ ਲਈ ਹਾਲੇਲੂਇਆ ਦੇ ਨਾਰੇ ਲਾਏ। ਉੱਥੇ ਮੈਂ ਸਜਦਾ ਕੀਤਾ ਆਪਣੇ ਜ਼ਿੰਦਾ ਖੁਦਾ ਨੂੰ ਔਰ ਅਸੀਂ ਫਤਹਮੰਦੀ ਦੇ ਨਾਰੇ ਮਾਰਦੇ ਹੋਏ ਘਰ ਨੂੰ ਆਏ। ਮੇਰਾ ਖੁਦਾ ਜਿਹੜਾ ਹੈ ਉਹ ਫਤਹਮੰਦ ਹੈ ਔਰ ਵਫਾਦਾਰ ਹੈ ਔਰ ਜਿਹੜਾ ਉੱਤੇ ਭਰੋਸਾ ਕਰੇਗਾ ਉਹ ਸ਼ਰਮਿੰਦਾ ਨਹੀਂ ਉਹਨੂੰ ਹੋਣ ਦੇਗਾ। ਇਹ ਮੈਂ ਅਜ਼ਮਾ ਕੇ ਵੇਖਿਆ ਹੈ। ਆਮੇਨ ਆਮੀਨ। ਆਮੇਨ। ਫਿਰ ਹੋਰ ਖੁਦਾ ਨੇ ਮੈਨੂੰ ਇਹ ਦਿਖਾਇਆ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਆਖਿਆ ਮੱਤੀ ਦੀ 28 ਬਾਬ ਆਖਰੀ ਹੈ ਜਿਹੜੀ ਹੈ ਕਿ ਮੈਂ ਅੰਤ ਤੱਕ ਹਰ ਰੋਜ਼ ਤੁਹਾਡੇ ਨਾਲ ਹਾਂ ਤੇ ਉਹ ਸੱਚਮੁੱਚ ਨਾਲ ਰਿਹਾ ਹੈ। ਉਹਨੇ ਆਖਿਆ ਹੈ ਕਿ ਜਦੋਂ ਤੁਸੀਂ ਇਹਨਾਂ ਮੁਸ਼ਕਲਾਂ 'ਚ ਪਵੋਗੇ ਤੁਸੀਂ ਇਹ ਨਾ ਸੋਚਿਓ ਕਿ ਅਸੀਂ ਉੱਥੇ ਕੀ ਬੋਲਾਂਗੇ ਕਿਵੇਂ ਬੋਲਾਂਗੇ। ਉੱਥੇ ਬੋਲਣ ਵਾਲਾ ਤੁਸੀਂ ਨਹੀਂ ਪਰ ਤੁਹਾਡੇ ਪਾਕ ਪਵਿੱਤਰ ਆਤਮਾ ਹੋਏਗਾ, ਖੁਦਾ ਦਾ ਪਾਕ ਰੂਹ ਹੋਏਗਾ। ਔਰ ਇਹ ਮੈਂ ਅਜ਼ਮਾ ਕੇ ਉੱਥੇ ਦੇਖਿਆ। ਆਮੇਨ। ਉਹਨਾਂ ਟਰਾਇਲਸ ਦੇ ਵਿੱਚ ਇੱਕ ਸਵਾਲ ਸੀ ਜੀ ਜਿਹੜਾ ਸ਼ੁਰੂ ਤੋਂ ਉਹ ਵਕੀਲ ਮੈਨੂੰ ਪੁੱਛਦੇ ਸਨ ਔਰ ਮੈਂ ਜਿਹੜਾ ਵੀ ਉਹਦਾ ਜਵਾਬ ਦਿੰਦਾ ਸੋ ਵਕੀਲ ਕਹਿੰਦੇ ਸੀ ਇਹ ਠੀਕ ਜਵਾਬ ਨਹੀਂਗਾ, ਜੀ ਇਹ ਕਬੂਲ ਨਹੀਂ ਕੀਤਾ ਜਾਏਗਾ। ਮੈਂ ਉਹਨਾਂ ਨੂੰ ਕਹਿੰਦਾ ਸੱਚਾ ਤੁਸੀਂ ਮੈਨੂੰ ਦੱਸੋ ਕੀ ਜਵਾਬ ਹੈ। ਉਹ ਕਹਿੰਦੇ ਨਹੀਂ ਅਸੀਂ ਵੀ ਦੱਸ ਨਹੀਂ ਸਕਦੇ। ਜੀ ਹਨਾ ਕਾਲ ਆ ਗਈ ਸ਼ਾਇਦ। ਜੀ ਹੈਲੋ ਜੈਮਸੀ ਦੀ। ਹੈਲੋ ਕਾਲਰ ਜੈਮਸੀ ਦੀ। हेलो ਹੈਲੋ ਜੀ ਜੈਮਸੀ ਦੀ। जैमसी दी ब्रदर जी, ਜੀ ਆਪਣਾ ਨਾਮ ਭੈਣ ਜੀ? मेरा नाम गुरदीश है, मैं हैंसवर्थ ਤੋਂ ਬੋਲ ਰਹੀ ਜੀ। ਤੇ ਪਾਸਟਰ ਉਹਨਾਂ ਨੂੰ ਜੈਮਸੀ ਦੀ ਵਿੱਚ ਜੈਮਸੀ ਦੀ ਭੈਣ ਜੀ। ਜੈਮਸੀ ਦੀ ਤੇ ਪ੍ਰਭੂ ਦਾ ਧੰਨਵਾਦ ਕਰਦੇ ਅੱਜ ਦੇ ਸਮੇਂ ਲਈ ਤੇ ਪ੍ਰਭੂ ਤੁਹਾਡੇ ਇਸ ਪ੍ਰੋਗਰਾਮ ਨੂੰ ਵੀ ਖੁਦਾ ਬਾਪ ਹੋਰ ਤਰੱਕੀਆਂ ਤੇ ਲੈ ਕੇ ਜਾਵੇ। ਇਸੇ ਤਰ੍ਹਾਂ ਅਸੀਂ ਪ੍ਰਭੂ ਦਾ ਵਚਨ ਸੁਣਦੇ ਰਹੀਏ। ਤੇ ਪਾਸਟਰ ਜੀ ਜੈਮਸੀ ਦੀ। ਜੈਮਸੀ ਦੀ ਭੈਣ ਜੀ। ਹਾਂਜੀ ਤੁਹਾਡੀ ਗਵਾਹੀ ਸੁਣੀ ਸਾਨੂੰ, ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਕਿੱਦਾਂ ਫਤਿਹਮੰਦ ਕੀਤਾ ਆਮੀਨ। ਤੇ ਸਭ ਸ਼ੈਤਾਨ ਦੇ ਉਸ ਬੰਧਨਾਂ ਨੂੰ ਸ਼ਰਮਿੰਦਾ ਕੀਤਾ। ਆਮੀਨ। ਆਮੇਨ। ਤੇ ਸਾਨੂੰ ਵੀ ਬਹੁਤ, ਮੈਨੂੰ ਵੀ ਬੜੀ ਇੰਕਰੇਜਮੈਂਟ ਮਿਲੀ ਆ ਕਿ ਅਸੀਂ ਇਸੇ ਤਰ੍ਹਾਂ ਆਪਣੇ ਪ੍ਰਭੂ ਤੇ ਖੁਦਾਵੰਦ ਤੇ ਭਰੋਸਾ ਰੱਖੀਏ ਤੇ ਸਭ ਸਾਡੇ ਸ਼ੈਤਾਨ ਸਾਡੇ ਅੱਗੇ ਨੱਠਦਾ ਆਮੀਨ। ਜਾਂਦਾ। ਆਮੇਨ। ਉਹ ਸਾਡੇ ਤੇ ਕਬਜ਼ਾ ਨਹੀਂ ਕਰ ਸਕਦਾ। ਅਸੀਂ ਪ੍ਰਭੂ ਦੇ ਬੱਚੇ ਆ ਤੇ ਖੁਦਾਵੰਦ ਨੇ ਸਾਨੂੰ ਚੁਣਿਆ ਆ ਤੇ ਅਸੀਂ ਉਸ ਦਾ ਹੀ ਧੰਨਵਾਦ ਕਰੀਏ। ਉਸ ਦੀ ਮਹਿਮਾ ਜਲਾਲ ਸਾਰਾ ਯਿਸੂ ਮਸੀਹ ਨੂੰ ਦਿੰਦੇ ਰਹੀਏ। ਤੇ ਜੈਮਸੀ ਦੀ। ਜੈਮਸੀ ਦੀ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਭੈਣ ਜੀ। ਬਿਲਕੁਲ ਕਿਉਂਕਿ ਪਰਮੇਸ਼ਵਰ ਜਿਹੜਾ ਹੈ ਉਹਨੇ ਕਿਹਾ ਕਿ ਤੁਸੀਂ ਧਰਤੀ ਦਾ ਨੂਰ ਹੋ, ਤੁਸੀਂ ਧਰਤੀ ਦੀ ਰੋਸ਼ਨੀ ਹੋ ਔਰ ਜਦੋਂ ਵੀ ਤੁਸੀਂ ਵੀ ਆਉਂਦੇ ਹੋ ਅਸੀਂ ਇੱਥੇ ਜਿਹੜੇ ਇੱਕ ਤੁਹਾਡੇ ਪਰਿਵਾਰ ਦਾ ਹਿੱਸਾ ਇੱਥੇ ਤੁਹਾਡੇ ਸਾਹਮਣੇ ਬੈਠਾ ਲੇਕਿਨ ਤੁਸੀਂ ਦੂਸਰੇ ਪਾਸੇ ਹੋ ਸਾਨੂੰ ਵਾਚ ਕਰ ਰਹੇ ਹੋ। ਆਪਾਂ ਸਾਰੇ ਇੱਕੋ ਹੀ ਪਰਿਵਾਰ ਦਾ ਹਿੱਸਾ ਯਿਸੂ ਦੇ ਉਸ ਪਰਮੇਸ਼ਵਰ ਦੇ ਪਰਿਵਾਰ ਦਾ ਲੇਕਿਨ ਉਹਨੇ ਆਪਾਂ ਨੂੰ ਚੁਣਿਆ ਕਿ ਅਸੀਂ ਉਹਦੀ ਰੋਸ਼ਨੀ ਜਿਹੜੀ ਹੈ ਉਹਨੂੰ ਧਰਤੀ ਉੱਤੇ ਚਮਕਾਈਏ ਜਿਵੇਂ ਪਾਸਟਰ ਜੀ ਦੇ ਦੁਆਰਾ ਉਹਦੀ ਰੋਸ਼ਨੀ ਜਿਹੜੀ ਉਹ ਪ੍ਰਗਟ ਹੋਈ। ਜੀ ਪਾਸਟਰ ਜੀ। ਆਮੀਨ ਆਮੀਨ। ਹਾਂਜੀ ਫਿਰ ਜਿਵੇਂ ਮੈਂ ਦੱਸ ਰਿਹਾ ਸੀ ਕਿ ਬਿਲਕੁਲ ਠੀਕ ਸਮੇਂ ਤੇ ਜੀ ਸਾਡੀ ਲੋੜ ਦੇ ਮੁਤਾਬਿਕ ਉਹ ਵਚਨ ਦਿੰਦਾ ਸੀ। ਜੀ। ਠੀਕ ਹੈ। ਜਿੱਦਣ ਮੇਰੇ ਟ੍ਰਾਇਲ ਸ਼ੁਰੂ ਹੋਣੇ ਸਨ ਪਹਿਲੇ ਦਿਨ ਮੈਂ ਜਾਣਾ ਸੀ, ਮੈਂ ਖੁਦਾ ਦਾ ਕਲਾਮ ਖੋਲਿਆ, ਮੈਨੂੰ ਨਹੀਂ ਸੀ ਪਤਾ ਜੀ ਇੱਥੋਂ ਮੈਂ ਕੀ ਪੜ੍ਹਨਾ ਹੈ। ਜੀ ਜੀ ਔਰ ਉਹ ਮੈਂ ਪੜ੍ਹਿਆ ਤੇ ਡਿਊਟਰੋਨਮੀ ਚੈਪਟਰ 20 ਤੇ ਵਰਸ 1 ਪਹਿਲੀ ਆਇਤ ਉੱਥੇ ਇਹ ਲਿਖਿਆ ਹੈ ਜਦੋਂ ਤੂੰ ਯੁੱਧ ਵਾਸਤੇ ਜਾਏ ਜੀ। ਤੇ ਆਪਣੇ ਵੈਰੀਆਂ ਦੀ ਵੱਡੀ ਫੌਜ ਨੂੰ ਵੇਖ ਕੇ ਡਰ ਨਾ ਜਾਏ। ਓਕੇ ਹਾਲੇਲੂਇਆ। ਹਾਲੇਲੂਇਆ। ਲਓ ਜੀ ਕਾਲ। ਹਾਲੇਲੂਇਆ। ਜੀ ਹੈਲੋ ਕਾਲਰ। ਹੈਲੋ ਹੈਲੋ ਜੀ ਜੈਮਸੀ ਦੀ। ਜੈ ਮਸੀਹ ਜੀ ਬ੍ਰਦਰ, ਮੈਂ ਪਾਦੀ ਨੋਬਲ ਬੋਲ ਰਿਹਾ ਲੰਡਨ ਤੋਂ। ਜੀ ਨੋਵਲ ਸਾਹਿਬ। ਹਾਂਜੀ ਕੀ ਹਾਲ ਹੈ ਭਾਈ ਥਾਮਸ? ਬਹੁਤ ਬਹੁਤ ਸਲਾਮ ਤੁਹਾਨੂੰ। ਹਾਂਜੀ ਜੈਮਸੀ ਦੀ ਸਲਾਮ ਜੀ ਪਾਸਟਰ ਸਾਹਿਬ। ਬੇਟਾ ਬੇਟੇ ਨੇ ਬਹੁਤ ਸਲਾਮ। ਜੈਮਸੀ ਦੀ। ਮੈਂ ਖੁਦਾਵੰਦ ਦਾ ਸ਼ੁਕਰ ਅਦਾ ਕਰਨਾ ਤੁਹਾਡੀ ਟੈਸਟਮਨੀ ਦੇ ਲਈ ਔਰ ਵਾਕਈ ਖੁਦਾਵੰਦ ਨੇ ਤੁਹਾਡੀ ਜ਼ਿੰਦਗੀ 'ਚ ਬਹੁਤ ਚਰਚ ਕੰਮ ਕੀਤਾ ਆਮੀਨ ਆਮੀਨ। ਔਰ ਬੜੀ ਖੁਸ਼ੀ ਹੋਈ ਬੇਟੇ ਦੀ ਟੈਸਟਮਨੀ ਸੁਣ ਕੇ ਵੀ, ਤੁਹਾਡੀ ਵੀ ਟੈਸਟਮਨੀ ਔਰ ਸਾਰਾ ਕਲਾਮ ਸੁਣ ਕੇ। ਜੀ ਬਹੁਤ ਮੇਰੀ ਦੁਆ ਹੈ ਕਿ ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇਵੇ। ਥੈਂਕ ਯੂ ਜੀ ਥੈਂਕ ਯੂ। ਔਰ ਤੁਹਾਨੂੰ ਯਾਦ ਹੋ ਕਿ ਉਦੋਂ ਜਦੋਂ ਇਹ ਸਾਰਾ ਕੇਸ ਹੋਇਆ ਤੁਸੀਂ ਸਾਰੇ ਪਾਸਟਰ ਵੀ ਸਭ ਮਿਲ ਕੇ ਰੇਡੀਓ ਤੇ ਵੀ ਤੇ ਜੀ ਬਿਲਕੁਲ ਖੁਸ਼ਖਬਰੀ ਰੇਡੀਓ ਤੇ। ਹਾਂਜੀ ਔਰ ਖੁਦਾਵੰਦ ਨੇ ਦੁਆਵਾਂ ਦਾ ਜਵਾਬ ਦਿੱਤਾ ਸੀ। ਆਮੀਨ। ਬੜੇ ਖੁਦਾਵੰਦ ਦਾ ਸ਼ੁਕਰ ਅਦਾ ਕਰਨਾ ਤੁਹਾਡੀ ਮਿਨਿਸਟਰੀ ਦੇ ਲਈ, ਤੁਹਾਡੀ ਖਿਦਮਤ ਦੇ ਲਈ। ਔਰ ਥੈਂਕ ਯੂ ਥੈਂਕ ਯੂ ਗੋਡ ਬlesਸ। ਥੈਂਕ ਯੂ ਸਰ। ਜੀ ਬਹੁਤ ਬਹੁਤ ਸ਼ੁਕਰੀਆ ਪਾਸਟਰ ਜੀ। ਖੁਦਾਵੰਦ ਬਹੁਤ ਬਰਕਤ ਹੈ। ਔਰ ਦੋਸਤੋ ਅਗਰ ਤੁਸੀਂ ਕਿਸੇ ਖਾਸ ਗੱਲ ਲਈ ਦੁਆ ਕਰਨਾ ਚਾਹੁੰਦੇ ਹੋ, ਅਗਰ ਕਿਸੇ ਮੁਸ਼ਕਲ 'ਚ ਤੁਸੀਂ ਗੁਜ਼ਰ ਰਹੇ ਹੋ ਜਾਂ ਫਿਰ ਕਿਸੇ ਖੁਸ਼ੀ ਦੀ ਗੱਲ ਦੇ ਲਈ ਵੀ ਦੁਆ ਕਰਨਾ ਚਾਹੁੰਦੇ ਹੋ ਸਾਡੇ ਨਾਲ ਰਲ ਕੇ ਤੇ ਬਿਲਕੁਲ ਇਹ ਕਾਲਾਂ ਤੁਹਾਡੇ ਲਈ ਖੁੱਲੀਆਂ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਜੀ ਪਾਸਟਰ ਜੀ। ਹਾਂਜੀ ਤੇ ਇਹ ਮੈਂ ਦੱਸ ਰਿਹਾ ਸੀ ਕਿ ਬਿਲਕੁਲ ਠੀਕ ਸਮੇਂ ਤੇ ਖੁਦਾ ਦਾ ਕਲਾਮ ਜਿਹੜਾ ਹੈ ਇਹ ਰੂਹਾਨੀ ਤੀਰ ਨੇ। ਆਮੀਨ। ਔਰ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਹਾਂ, ਉਹਦੇ ਪਰਾਂ ਦੀ ਛਾਂ ਦੇ ਵਿੱਚ ਹਾਂ ਤੇ ਠੀਕ ਸਮੇਂ ਤੇ ਦੁਸ਼ਮਣ ਦੇ ਵਾਸਤੇ ਬਿਲਕੁਲ ਜਿਹੜਾ ਇਫੈਕਟਿਵ ਹੋਏਗਾ, ਜਿਹੜਾ ਉਹਨੂੰ ਘਾਇਲ ਕਰਨ ਵਾਲਾ, ਜਿਹੜਾ ਉਹਨੂੰ ਨਸਾ ਦੇਣ ਵਾਲਾ ਤੀਰ ਹੋਏਗਾ ਉਹ ਸਮੇਂ ਤੇ ਨਿਕਲੇਗਾ ਔਰ ਜਾਏਗਾ। ਆਮੀਨ। ਇਸੇ ਤਰ੍ਹਾਂ ਜਦੋਂ ਮੈਂ ਟਰਾਇਲ ਲਈ ਜਾਣਾ ਸੀ ਤੇ ਮੈਂ ਕਲਾਮ ਖੋਲਿਆ ਔਰ ਉੱਥੇ ਲਿਖਿਆ ਸੀ
ਡਿਊਟਰੋਨਮੀ ਚੈਪਟਰ 20 ਵਰਸ 1, ਜਦੋਂ ਤੂੰ ਆਪਣੇ ਵੈਰੀਆਂ ਦੇ ਵਿਰੋਧ ਜਾਵੇਂ ਜੰਗ ਵਾਸਤੇ, ਉਹ ਤੇਰੇ ਤੋਂ ਬਹੁਤੇ ਨੇ, ਤੂੰ ਡਰ ਨਹੀਂ ਜਾਣਾ, ਤੇਰਾ ਪਰਮੇਸ਼ਵਰ ਤੇਰੇ ਨਾਲ ਹੈ। ਹਾਲੇਲੂਇਆ, ਆਮੀਨ ਆਮੀਨ, ਆਮੀਨ। ਆਮੀਨ। ਅੱਛਾ, ਫਿਰ ਅੱਗੇ ਜੇ ਅਸੀਂ ਵੇਖੀਏ ਯਸਾਇਆ ਨਬੀ ਦੀ ਕਿਤਾਬ 41 ਚੈਪਟਰ ਉਹਦੀ 10ਵੀਂ ਆਇਤ, ਉੱਥੇ ਇਹ ਬਹੁਤ ਤਸੱਲੀ ਦੀਆਂ ਗੱਲਾਂ ਨੇ, ਨਾ ਡਰ ਨਾ ਘਬਰਾ, ਮੈਂ ਤੇਰੇ ਨਾਲ ਆ। ਉਹਨੇ ਕਿਹਾ ਤੂੰ ਆਪਣੇ ਵੈਰੀਆਂ ਨੂੰ ਲੱਭੇਂਗਾ, ਉਹ ਲੱਭਣਗੇ ਹੀ ਨਹੀਂ, ਮੈਂ ਇਦਾਂ ਉਹਨਾਂ ਨੂੰ ਤਿੱਤਰ ਬਿੱਤਰ ਕਰ ਦਿਆਂ, ਖਤਮ ਕਰ ਦਿਆਂਗਾ। ਆਮੀਨ ਆਮੀਨ। ਔਰ ਜੇ 43 ਚੈਪਟਰ ਵੇਖੀਏ ਯਸਾਇਆ ਨਬੀ ਦੀ ਕਿਤਾਬ ਚੋਂ, ਉੱਥੇ ਇਹ ਲਿਖਿਆ ਕਿ ਤੂੰ ਅੱਗ ਦੇ ਸ਼ੋਲਿਆਂ ਚੋਂ ਜੇ ਗੁਜ਼ਰੇ ਤੇ ਉਹ ਤੈਨੂੰ ਨਾ ਸੜਨਗੇ, ਨਦੀਆਂ ਤੈਨੂੰ ਨਾ ਡੁਬੋਣਗੀਆਂ, ਕੌਣ ਲੈਣਗੇ। ਆਮੀਨ ਆਮੀਨ। ਹੈਲੋ ਕਾਲਰ, ਜੈਮ ਸਿੱਧੀ। ਹੈਲੋ ਜੀ, ਜੈਮ ਸਿੱਧੀ। ਜੈਮ ਸਿੱਧੀ ਜੀ। ਜੀ, ਤੁਹਾਡਾ ਨਾਮ? ਹੈਲੋ ਹੈਲੋ ਬ੍ਰਦਰ ਜੌਨ ਸਾਹਿਬ ਜੀ। ਜੀ ਜੈਮ ਸਿੱਧੀ ਜੀ, ਰਾਜ ਕਮਲ ਸਾਹਿਬ। ਜੈਮ ਸਿੱਧੀ ਪਾਸਟਰ ਸਾਹਿਬ ਜੀ। ਜੈਮ ਸਿੱਧੀ। ਜੈਮ ਸਿੱਧੀ ਬ੍ਰਦਰ ਜੀ, ਠੀਕ ਹੋ? ਜੈਮ ਸਿੱਧੀ ਟੈਰੀ। ਜੈਮ ਸਿੱਧੀ। ਜੈਮ ਸਿੱਕੀ। ਟੈਰੀ ਨੂੰ ਵੀ ਜੈਮ ਸਿੱਧੀ ਜੀ। हाँ जी जैम सिक्की अंकल। ਤੁਹਾਨੂੰ ਸਭ ਨੂੰ ਜੈਮ ਸਿੱਧੀ ਬਹੁਤ ਬਹੁਤ ਤੁਹਾਨੂੰ ਪਿਆਰ ਭਰਿਆ ਸਲਾਮ। ਅੱਜ ਦੇ ਲਈ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਤੁਹਾਡਾ ਟੀਵੀ ਤੇ ਆਉਣਾ ਬਹੁਤ ਜ਼ਿਆਦਾ ਬਰਕਤ ਵਾਲਾ ਹੋਵੇ। ਖੁਦਾ ਦਾ ਬਹੁਤ ਸ਼ੁਕਰ ਕਰਦੇ ਕੁਝ ਬੱਚਿਆਂ ਦੇ ਲਈ ਵੀ, ਤੇ ਇਸੇ ਹੀ ਤਰ੍ਹਾਂ ਪ੍ਰਭੂ ਯਿਸੂ ਦੇ ਨਾਂ ਦੀ ਮਹਿਮਾ ਹੋਵੇ ਤੇ ਖੁਦਾ ਦੇ ਨਾਂ ਨੂੰ ਜਲਾਲ ਮਿਲਦਾ ਰਹੇ। ਤੇ ਬਹੁਤ ਖੁਦਾਵੰਦ ਦੇ ਇਸੇ ਤਰ੍ਹਾਂ ਹੀ ਗੁਲਾਮ ਦੇ ਦੁਆਰਾ ਲੋਕਾਂ ਦੀ ਜ਼ਿੰਦਗੀਆਂ 'ਚ ਬਹੁਤ ਸਾਰਾ ਕੰਮ ਹੋਵੇ। ਤੇ ਬਹੁਤ ਤੁਹਾਨੂੰ ਦੇਖ ਕੇ ਖੁਸ਼ੀ ਹੋਈ ਪਾਸਟਰ ਸਾਹਿਬ ਜੀ। ਆਮੀਨ। ਥੈਂਕ ਯੂ ਬ੍ਰਦਰ ਜੀ, ਖੁਦਾ ਥੈਂਕ ਯੂ, ਗॉड ਬlesਸ ਯੂ। ਤੇ ਤੁਹਾਨੂੰ ਪ੍ਰਭੂ ਬਹੁਤ ਸਾਰੀ ਬਰਕਤ ਦੇਵੇ। ਆਮੀਨ। ਜੈ ਮਸੀਹ ਕੀ ਗॉड ਬlesਸ ਯੂ। ਜੈਮ जैम सिक्की। ਥੈਂਕ ਯੂ ਰਾਜ ਕਮਲ ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਇਹ ਉਹ ਰਾਜ ਕਮਲ ਹੈ ਭਾਈ ਜੋ ਹੈਂਡਸਵਰਥ ਰਹਿੰਦੇ ਆ। ਅੱਜ ਇਹਨਾਂ ਨੇ ਵੀ ਤੁਹਾਡੇ ਰੂਬਰੂ ਆਣਾ ਸੀ, ਲੇਕਿਨ ਕਿਸੇ ਗੱਲ ਕਾਰਨ ਇਹ ਨਹੀਂ ਆ ਸਕੇ, ਲੇਕਿਨ ਫਿਰ ਕਿਸੇ ਦਿਨ ਜ਼ਰੂਰ ਆਣਗੇ ਔਰ ਤੁਹਾਨੂੰ ਦੱਸਣਗੇ ਕਿ ਪਰਮੇਸ਼ਵਰ ਇਹਨਾਂ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰ ਰਿਹਾ। ਲੇਕਿਨ ਚੱਲਦੇ ਪਾਸਟਰ ਥੋਮਸ ਜੀ ਦੇ ਵੱਲ, ਜੋ ਸਾਨੂੰ ਬਰਕਤ ਦੇ ਰਹੇ ਨੇ ਪਰਮੇਸ਼ਵਰ ਦੇ ਕੰਮ ਦੇ ਦੁਆਰਾ, ਕਿ ਕਿਵੇਂ ਉਹਨੇ ਆਪਣਾ ਕੰਮ ਇਹਨਾਂ ਦੇ ਜੀਵਨ ਦੇ ਵਿੱਚ ਜੀ। ਕੀਤਾ। ਥੈਂਕ ਯੂ ਹਾਂਜੀ। ਤੇ ਅਸੀਂ ਖੁਦਾ ਦੇ ਕਲਾਮ ਦੇ ਉਹ ਸੱਚੇ ਵਾਅਦੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਨ ਡਏ ਸਾਂ ਕਿ ਉਹ ਵਾਅਦੇ ਸਿਰਫ ਲਿਖੇ ਹੋਏ ਨਹੀਂ, ਉਹ ਸੱਚਮੁੱਚ ਸੱਚੇ ਵਾਅਦੇ ਨੇ। ਅਸੀਂ ਦੇ ਪਿੱਛੇ ਮੁੜ ਕੇ ਵੇਖੀਏ ਦਾਨੀਏਲ ਨਬੀ ਦੀ ਕਿਤਾਬ 'ਚ ਸਦਰਕ, ਮੇਸ਼ਕ, ਅਬਦੁਲ ਨਗੂ, 3 ਜਵਾਨ ਜਿਹੜੇ ਸਨ, ਜਦੋਂ ਉਹਨਾਂ ਨੇ ਉਸ ਮੂਰਤੀ ਨੂੰ ਸਜਦਾ ਕਰਨ ਤੋਂ ਮਨਾ ਕਰ ਦਿੱਤਾ, ਇਨਕਾਰ ਕਰ ਦਿੱਤਾ, ਤੇ ਉਹਨਾਂ ਦੇ ਵਾਸਤੇ ਬਹੁਤ ਵੱਡੀ ਅੱਗ ਦੀ ਭੱਠੀ ਸੀ ਤਿਆਰ, ਔਰ ਬਾਦਸ਼ਾਹ ਨੇ ਉਹਨਾਂ ਨੂੰ ਡਰਾਇਆ। ਉਹਨੇ ਕਿਹਾ ਤੁਸੀਂ ਹਲੇ ਵੀ ਤਿਆਰ ਹੋ ਜਾਓ, ਮੂਰਤੀ ਨੂੰ ਸਜਦਾ ਕਰੋ, ਤੁਸੀਂ ਬਚ ਜਾਓਗੇ। ਉਹਨਾਂ ਕਿਹਾ ਨਹੀਂ ਬਾਦਸ਼ਾਹ, ਹੋ ਨਹੀਂ ਸਕਦਾ ਜੀ, ਸਜਦਾ ਅਸੀਂ ਆਪਣੇ ਪਰਮੇਸ਼ਵਰ ਨੂੰ ਹੀ ਕਰਾਂਗੇ, ਔਰ ਉਹ ਸਾਨੂੰ ਇਸ ਅੱਗ ਦੀ ਬਲਦੀ ਭੱਠੀ ਤੋਂ ਬਚਾਵੇ ਤੇ ਨਾ ਬਚਾਵੇ, ਉਹਦੀ ਮਰਜ਼ੀ, ਅਸੀਂ ਉਹਨੂੰ ਹੀ ਸਜਦਾ ਕਰਾਂਗੇ। ਆਮੀਨ ਆਮੀਨ। ਜੀ ਹੈਲੋ ਜੈਮ ਸਿੱਧੀ। ਹੈਲੋ ਜੈਮ ਸਿੱਧੀ ਜੀ ਬ੍ਰਦਰ, ਤੁਹਾਡਾ ਨਾਮ? ਜੋਨੀ ਮੇਰਾ ਨਾਮ। ਜੀ ਜੋਨੀ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਮੈਂ ਪ੍ਰੇਅਰ ਕਰਾਉਣੀ ਸੀ ਆਪਣੇ ਲਈ ਬਿਮਾਰ ਸੀ। ਕੌਣ ਬੱਚੇ ਬਿਮਾਰ ਨੇ? ਨਹੀਂ, ਮੈਂ ਖੁਦ ਬਿਮਾਰ ਹਾਂ। ਕੀ ਗੱਲ ਹੈ ਭਰਾ? ਮੇਰੇ ਨਾ ਬੈਕ ਸਾਈਡ ਤੇ ਪ੍ਰੋਬਲਮ ਹੋਈ ਸੀ, ਆਪਰੇਸ਼ਨ ਕਰਾਇਆ ਪਰ ਠੀਕ ਨਹੀਂ ਹੈ ਜੀ। ਆਪਣੀਆਂ ਅੱਖਾਂ ਨੂੰ ਬੰਦ ਕਰੋ ਔਰ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਜ਼ਾਹਰ ਕਰੋ। ਅਸੀਂ ਤੁਹਾਡੇ ਲਈ ਦੁਆ ਕਰਨ ਲੱਗੇ, ਅਰਦਾਸ ਕਰਨ ਲੱਗੇ, ਔਰ ਸਾਡਾ ਈਮਾਨ ਹੈ ਪਰਮੇਸ਼ਵਰ ਤੁਹਾਨੂੰ ਛੂਹਣ ਜਾ ਰਿਹਾ। ਹਾਂਜੀ ਜੀ ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸਮੇਂ ਦੇ ਲਈ। ਤੁਹਾਨੂੰ ਪ੍ਰਭੂ ਚੰਗਾ ਲੱਗਿਆ ਕਿ ਅਸੀਂ ਤੁਹਾਡੇ ਬੱਚੇ ਜੌਨੀ ਲਈ ਅਰਦਾਸ ਕਰੀਏ। ਪ੍ਰਭੂ ਜੀ, ਜੋ ਤੁਹਾਡੇ ਬੰਦੇ ਨੂੰ ਬੈਕ ਪ੍ਰੋਬਲਮ ਹੈ, ਜੋ ਅੱਛਾ ਨਹੀਂ ਹੋਇਆ, ਯਿਸੂ ਜੀ ਤੁਸੀਂ ਚੰਗਾਈ ਕਰਨ ਵਾਲੇ ਹੋ। ਪ੍ਰਭੂ, ਡਾਕਟਰ ਜਿਹੜੇ ਨੇ ਉਹ ਅੱਛੇ ਨੇ, ਉਹ ਆਪਣੀ ਜੌਬ ਕਰਦੇ ਨੇ, ਆਪਣਾ ਕਿੱਤਾ ਕਰਦੇ ਨੇ, ਲੇਕਿਨ ਚੰਗਾਈ ਪਰਮੇਸ਼ਵਰ ਤੁਹਾਡੇ ਵੱਲੋਂ ਆਉਂਦੀ ਹੈ। ਇਸੇ ਵੇਲੇ ਅਸੀਂ ਤੁਹਾਡੇ ਬੰਦੇ ਨੂੰ ਪ੍ਰਭੂ ਯਿਸੂ ਤੁਹਾਡੇ ਹੱਥਾਂ 'ਚ ਦਿੰਦੇ, ਉਸ ਅਸੀਂ ਚੰਗਾਈ ਨੂੰ ਇਹ ਜਿਸਮ ਉੱਤੇ ਬੋਲ ਦਿੰਦੇ। ਇਸੇ ਵੇਲੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਾਰੀ ਬਿਮਾਰੀ ਨੂੰ ਢਾੜ ਦਿੰਦੇ ਜਿਸਮ ਤੋਂ। ਇਸੇ ਵੇਲੇ ਇਸ ਜਿਸਮ ਦੇ ਉੱਤੇ ਚੰਗਾਈ ਉਤਰ ਆਏ, ਇਸ ਘਰ ਦੇ ਵਿੱਚ ਖੁਸ਼ਹਾਲੀ ਉਤਰ ਆਏ। ਪ੍ਰਭੂ, ਆਪਣੇ ਬੰਦੇ ਨੂੰ ਬੜੀ ਬਰਕਤ ਦੇਣਾ ਯਿਸੂ ਤੁਹਾਡੇ ਨਾਮ ਦੇ ਵਿੱਚ। ਆਮੀਨ ਆਮੀਨ। ਬਹੁਤ ਸ਼ੁਕਰੀਆ ਜੌਨੀ ਭਾਜੀ, ਔਰ ਜਰੂਰ ਸਾਨੂੰ ਦੱਸਣਾ ਕਿ ਕਿਸ ਤਰ੍ਹਾਂ ਨੇ ਤੁਸੀਂ। ਆਮੀਨ। ਥੈਂਕ ਯੂ ਜੀਸਸ। ਹਾਲੇਲੂਇਆ ਜੀ ਪਾਸ। ਹਾਂਜੀ, ਠੀਕ ਹੈ ਜੀ। ਫਿਰ ਮੈਂ ਇਹ ਜ਼ਿਕਰ ਕਰ ਰਿਹਾ ਸੀ ਕਿ ਕੋਈ ਸਵਾਲ ਸੀ ਜਿਹਦਾ ਜਵਾਬ ਮੈਨੂੰ ਨਹੀਂ ਬਣਦਾ ਸੀ, ਔਰ ਉਹ ਵਕੀਲ ਮੈਨੂੰ ਕਹਿੰਦੇ ਸੀ ਕਿ ਇਹ ਠੀਕ ਜਵਾਬ ਨਹੀਂ, ਪਰ ਉਹ ਮੈਨੂੰ ਠੀਕ ਜਵਾਬ ਕੀ ਹੈ ਇਹ ਵੀ ਨਹੀਂ ਦੱਸਦੇ ਸੀ ਜੀ, ਹਨਾ। ਔਰ ਇਸ ਗੱਲ ਤੋਂ ਮੈਂ ਕਾਫੀ ਉਹਨਾਂ ਨਾਲ ਨਾਰਾਜ਼ ਹੁੰਦਾ ਸਾਂ, ਖਫਾ ਹੁੰਦਾ ਸਾਂ ਕਿ ਤੁਸੀਂ ਮੇਰੇ ਵਕੀਲ ਹੋ, ਤੁਸੀਂ ਮੇਰੀ ਮਦਦ ਕਰੋ। ਉਹ ਕਹਿੰਦੇ ਨਹੀਂ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ, ਤੂੰ ਆਪੇ ਹੀ ਇਹਦਾ ਜਵਾਬ, ਠੀਕ ਜਵਾਬ ਢੂੰਡਣਾ ਹੈ। ਮੈਨੂੰ ਆਖਰੀ ਦਿਨ ਤੱਕ ਉਹ ਜਵਾਬ ਨਹੀਂ ਮਿਲਿਆ ਕੀ ਸੀ। ਜਦੋਂ ਮੈਂ ਅਦਾਲਤ ਦੇ ਵਿੱਚ ਗਿਆ ਤੇ ਉਹੀ ਸਵਾਲ ਜਿਹੜਾ ਸੀ, ਉਹ ਜਿਹੜਾ ਵਕੀਲ ਸੀ, ਬੈਰਿਸਟਰ ਸੀ ਮੁਖਾਲਫਾਂ ਦਾ, ਉਸ ਨੇ ਵੀ ਉਹੀ ਸਵਾਲ ਮੇਰੇ ਸਾਹਮਣੇ ਰੱਖਿਆ ਔਰ ਮੈਂ ਉਹਦਾ ਜਵਾਬ ਉੱਥੇ ਦੇ ਦਿੱਤਾ। ਵਾਹ। ਮੈਨੂੰ ਉਸ ਤੋਂ ਇੱਕ ਪਲ ਪਹਿਲਾਂ ਵੀ ਉਸ ਜਵਾਬ ਦਾ ਪਤਾ ਨਹੀਂ ਸੀ ਜੀ। ਔਰ ਮੈਂ ਉੱਥੇ ਵਿਟਨੈਸ ਬਾਕਸ 'ਚ ਖਲੋਤਾ, ਸਾਹਮਣੇ ਜਿਊਰੀ ਦੇ ਲੋਕ ਬੈਠੇ, ਇੱਧਰ ਖੱਬੇ ਪਾਸੇ ਜੱਜ ਬੈਠਾ, ਮੈਂ ਉਹਨਾਂ ਦੇ ਚਿਹਰੇ ਦੇਖ ਰਿਹਾ ਸਾਂ। ਜੀ। ਔਰ
ਮੈਂ ਉਸ ਗੱਲ ਨੂੰ ਵੇਖਿਆ ਕਿ ਜਿਵੇਂ ਮੈਂ ਉਹ ਜਵਾਬ ਮੇਰੇ ਮੂੰਹ ਚੋਂ ਨਿਕਲਿਆ, ਉਹਨਾਂ ਦੇ ਫੇਸ ਜਿਹੜੇ ਸੀ ਉਹ ਮੈਨੂੰ ਕਨਵਿੰਸ ਨਜ਼ਰ ਆਉਂਦੇ ਸੀ ਕਿ ਉਹ ਮੇਰੇ ਜਵਾਬ ਨੂੰ ਵੇਖ ਕੇ ਤੇ ਖੁਸ਼ ਹੋਏ ਨੇ ਸੁਣ ਕੇ। ਉਸ ਦੇ ਬਾਅਦ ਜਦੋਂ ਮੈਂ ਕਟਹਿਰੇ ਚੋਂ ਬਾਹਰ ਗਿਆ, ਬਾਅਦ 'ਚ ਜਾ ਕੇ, ਕਿਉਂਕਿ ਉੱਥੇ ਬਹੁਤ ਸਾਰਾ ਬੋਲਣਾ ਸੀ, ਉਦੋਂ ਮੈਂ ਇਧਰ ਧਿਆਨ ਨਹੀਂ ਕਰ ਸਕਿਆ ਜੀ। ਔਰ ਸਾਰਾ ਕਰਕੇ ਤੇ ਫਿਰ ਮੈਂ ਇਸ ਗੱਲ ਤੇ ਸੋਚਿਆ, ਮੈਂ ਕਿ ਇਹ ਜਿਹੜਾ ਸਵਾਲ ਸੀ ਇਹ ਤੇ 10 ਮਹੀਨਿਆਂ ਤੱਕ ਮੈਨੂੰ ਇਹਦਾ ਜਵਾਬ ਹੀ ਨਹੀਂ ਆਇਆ ਸੀ ਜੀ। ਇਹਦੇ ਤੇ ਮੈਂ ਇੰਨਾ ਖਫਾ ਹੁੰਦਾ ਸਾਂ, ਇੰਨਾ ਮੈਂ ਕੁੜਦਾ ਸਾਂ ਕਿ ਕੀ ਹੈ ਇਹਦਾ ਜਵਾਬ। ਔਰ ਉੱਥੇ ਮੈਂ ਜਵਾਬ ਮੇਰੇ ਮੂੰਹ 'ਚੋਂ ਆਪੇ ਆਪ ਨਿਕਲ ਗਿਆ ਔਰ ਉਹ ਜਵਾਬ ਤੋਂ ਸੁਣ ਕੇ ਲੋਕੀ ਖੁਸ਼ ਹੋਏ। ਔਰ ਮੈਨੂੰ ਪ੍ਰਭੂ ਯਿਸੂ ਦੀ ਉਹ ਗੱਲ ਯਾਦ ਆਈ ਕਿ ਉਸ ਵੇਲੇ ਤੁਸੀਂ ਨਹੀਂ ਪਰ ਖੁਦਾ ਦਾ ਪਾਕ ਰੂਹ ਤੁਹਾਡੇ ਵਿੱਚੋਂ ਹੋ ਕੇ ਬੋਲੇਗਾ, ਜਿਹੜੀਆਂ ਗੱਲਾਂ ਤੁਹਾਨੂੰ ਨਹੀਂ ਪਤਾ ਤੁਸੀਂ ਬੋਲੋਗੇ। ਆਮੀਨ ਆਮੀਨ। ਔਰ ਹੋਰ ਈਮਾਨ ਮੇਰਾ ਮਜ਼ਬੂਤ ਹੋਇਆ ਕਿ ਸੱਚਮੁੱਚ ਇਹ ਪਵਿੱਤਰ ਵਚਨ 'ਚ ਲਿਖੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਤੇ ਪੂਰੀਆਂ ਹੁੰਦੀਆਂ ਨੇ। ਔਰ ਉਸ ਦੇ ਬਾਅਦ ਹੋਰ ਬਹੁਤ ਕੁਝ, ਉਸ ਤੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਹੈ। ਐਸੇ ਰੋਗ ਮੇਰੇ ਬਦਨ 'ਚ ਸਨ। ਮੈਂ 25 ਸਾਲ ਬ੍ਰਦਰ ਜੀ ਨਰਸ ਦਾ ਕੰਮ ਕੀਤਾ ਹੈ। ਮੈਂ ਆਪਣੀ ਜ਼ਿੰਦਗੀ 'ਚ ਇੱਕ ਬੰਦਾ ਨਹੀਂ ਵੇਖਿਆ ਕਿ ਜਿਹਨੂੰ ਸ਼ੂਗਰ ਦਾ ਰੋਗ ਹੋਇਆ ਹੋਵੇ ਤਾਂ ਠੀਕ ਹੋ ਗਿਆ ਹੋਵੇ। ਪਰ ਮੈਂ ਤੁਹਾਡੇ ਸਾਹਮਣੇ ਬੈਠਾ ਜੇ, ਮੇਰੇ ਮਾਂ-ਬਾਪ, ਭੈਣਾਂ, ਭਰਾ ਸਭ ਦੇ ਵਿੱਚ ਸ਼ੂਗਰ ਦਾ, ਮੇਰੇ ਨਾਨਕਿਆਂ ਦਾਦਕਿਆਂ 'ਚ ਸ਼ੂਗਰ ਦਾ ਰੋਗ ਹੈ। ਮੈਨੂੰ ਵੀ ਸ਼ੂਗਰ ਦਾ ਰੋਗ ਹੋਇਆ। ਮੈਂ ਆਪਣੀ ਹੱਥਾਂ ਨਾਲ ਇਹਨੂੰ ਚੈੱਕ ਕਰਦਾ ਰਿਹਾ ਜਾਂ ਕਿੰਨਾ ਹਾਈ ਸ਼ੂਗਰ ਹੁੰਦਾ ਸੀ। ਪਰ ਮੈਂ ਇੱਕ ਦਿਨ ਕੋਈ ਗੋਲੀ ਨਹੀਂ ਖਾਧੀ, ਇੱਕ ਦਿਨ ਕੋਈ ਟੀਕਾ ਨਹੀਂ ਲਵਾਇਆ ਔਰ ਪਰਮੇਸ਼ਰ ਮੈਨੂੰ ਚੰਗਾ ਕੀਤਾ ਹੋਇਆ। ਹਾਲੇਲੂਇਆ, ਹਾਲੇਲੂਇਆ। ਉਹਦੇ ਨਾਂ ਦੀ ਵਡਿਆਈ ਹੋਵੇ। ਪਰ ਮੈਂ ਇਹਨਾਂ ਗੱਲਾਂ ਤੇ ਨਹੀਂ ਰਹਿੰਦਾ। ਮੈਂ ਸਿਰਫ ਇਹ ਨਹੀਂ ਕਹਿੰਦਾ ਕਿ ਮੇਰਾ ਪ੍ਰਭੂ ਜਿਹੜਾ ਹੈ ਉਹ ਕੇਸ ਵਿੱਚੋਂ ਮੈਨੂੰ ਛਡਾ ਸਕਦਾ ਹੈ, ਮੇਰੇ ਰੋਗ ਨੂੰ ਚੰਗਾ ਕਰ ਸਕਦਾ ਹੈ। ਨਹੀਂ, ਉਹ ਜਿਹੜਾ ਸਦੀਪਕ ਜੀਵਨ ਹੈ ਉਹ ਉਸਨੇ ਮੈਨੂੰ ਦਿੱਤਾ ਹੋਇਆ ਹੈ। ਮੇਰੀ ਆਤਮਾ ਜਿਹੜੀ ਹੈ ਉਹ ਸੁਰੱਖਿਅਤ ਹੈ, ਕਿਉਂਕਿ ਇਹ ਜੀਵਨ ਇੱਕ ਦਿਨ ਖਤਮ ਹੋਣਾ ਹੈ ਔਰ ਅਸੀਂ ਇਸ ਤੋਂ ਹੋਰ ਅਗਲੇ ਜਹਾਨ 'ਚ ਪਰਮੇਸ਼ਵਰ ਦੇ ਮੋਹਰੇ ਜੇ ਆਤਮਾ ਬਚੀ ਹੈ ਤੇ ਹਨ ਜੀ, ਤੇ ਜੇ ਨਹੀਂ ਤੇ ਫਿਰ ਅਸੀਂ ਨਰਕ ਦਾ ਬਾਲਣ ਤੇ ਹੈ ਹੀ ਹਾਂ ਜੀ। ਤੇ ਮੈਂ ਇਸ ਗੱਲ 'ਚ ਆਨੰਦਿਤ ਹਾਂ ਕਿ ਮੇਰੀ ਆਤਮਾ ਬਚੀ ਹੋਈ ਹੈ, ਮੇਰਾ ਪਰਿਵਾਰ ਬਚਿਆ ਹੋਇਆ ਹੈ। ਆਮੀਨ। ਇਹ ਜੇਲ੍ਹ ਤੋਂ ਕੋਈ ਬਚ ਵੀ ਜਾਵੇ ਤੇ ਮਰ ਤੇ ਜਾਣਾ ਹੈ। ਜੀ ਬਿਲਕੁਲ। ਰੋਗ ਚੰਗਾ ਵੀ ਹੋ ਜਾਵੇ, ਕਿਸੇ ਨੂੰ ਕੋਈ ਵੀ ਰੋਗ ਨਾ ਹੋਵੇ, ਉਹਨੇ ਵੀ ਮਰ ਜਾਣਾ ਹੈ। ਬਿਲਕੁਲ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਤਮਾ ਦਾ ਬਚਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਬਹੁਤ ਸ਼ੁਕਰੀਆ ਜੀ, ਬੋਲਣ ਦੇ ਲਈ ਟਾਈਮ ਦਿੱਤਾ ਹੈ ਤੁਸੀਂ। ਖੁਦਾ ਬਹੁਤ ਬਰਕਤ ਦੇ ਤੁਹਾਨੂੰ। ਪਾਸਟਰ ਜੀ ਬਹੁਤ ਬਹੁਤ ਸ਼ੁਕਰੀਆ। ਔਰ ਦੋਸਤੋ ਸਮਾਂ ਬਹੁਤ ਥੋੜਾ ਸਾਡੇ ਕੋਲ ਬਾਕੀ ਆ। ਅਗਰ ਤੁਹਾਨੂੰ ਕੋਈ ਦੁੱਖ ਹੈ, ਕੋਈ ਬਿਮਾਰੀ ਹੈ, ਪਰੇਸ਼ਾਨੀ ਹੈ ਔਰ ਇਸੇ ਵਕਤ ਅਸੀਂ ਤੁਹਾਡੇ ਲਈ ਦੁਆ ਕਰਾਂਗੇ। ਦੂਸਰੀ ਗੱਲ ਮੈਂ ਤੁਹਾਨੂੰ ਚੈਲੰਜ ਕਰਦਾ ਅੱਜ ਉਹਨਾਂ ਗੱਲਾਂ ਤੇ ਜਿਨ੍ਹਾਂ ਤੇ ਵਿਸ਼ਵਾਸ ਨੂੰ ਤੁਸੀਂ ਬੈਠੇ ਹੋ। ਮੈਨੂੰ ਨਹੀਂ ਪਤਾ ਤੁਹਾਡਾ ਵਿਸ਼ਵਾਸ ਕੀ ਹੈ, ਲੇਕਿਨ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਜਿੰਦਾ ਪਰਮੇਸ਼ਵਰ ਜਿਹਨੇ ਦੁਨੀਆ ਨੂੰ ਸਾਜਿਆ ਉਹ ਤੁਹਾਨੂੰ ਪਿਆਰ ਕਰਦਾ ਹੈ ਔਰ ਉਹ ਤੁਹਾਡੇ ਜੀਵਨਾਂ ਨੂੰ ਖੁਸ਼ੀਆਂ ਨਾਲ ਭਰਨਾ ਚਾਹੁੰਦਾ ਹੈ। ਪਾਸਟਰ ਥੋਮਸ ਜੀ ਸਾਡੇ ਸਭ ਲਈ ਔਰ ਤੁਹਾਡੇ ਲਈ ਦੁਆ ਕਰਨ ਜਾ ਰਹੇ ਆ। ਪਰਮੇਸ਼ਵਰ ਤੁਹਾਡੇ ਜੀਵਨਾਂ ਨੂੰ ਛੂਹਣ ਜਾ ਰਿਹਾ। ਜੀ ਪਾਸਟਰ। ਹਾਲੇਲੂਇਆ। ਥੈਂਕ ਯੂ ਜੀਸਸ। ਹਾਲੇਲੂਇਆ। ਮਿਹਰਬਾਨ ਵਫਾਦਾਰ ਖੁਦਾਵੰਦ ਖੁਦਾ, ਤੂੰ ਜੁਗੋ ਜੁਗ ਪਰਮੇਸ਼ਵਰ ਹੈ, ਤੇਰੇ ਦਿਨਾਂ ਦਾ ਖਾਤਮਾ ਨਹੀਂ। ਦੁਨੀਆ ਦੇ ਸਾਰੇ ਬੁੱਤ ਝੂਠੇ ਤੇ ਨਾਚੀਜ਼ ਹਨ ਖੁਦਾ ਬਾਪ, ਉਹ ਸਭ ਹੱਥ ਦੀ ਕਾਰੀਗਰੀ ਨੇ, ਪਰ ਤੂੰ ਹੈ ਜਿਹੜਾ ਸਭ ਕੁਝ ਬਣਾਉਣ ਵਾਲਾ ਹੈ। ਨਾ ਤੇਰਾ ਕੋਈ ਸ਼ੁਰੂ ਹੈ, ਨਾ ਤੇਰਾ ਅੰਤ ਹੈ। ਤੇਰਾ ਸ਼ੁਕਰ ਕਰਨੇ ਇਸ ਦੇ ਸਮੇਂ ਵਾਸਤੇ, ਤੇਰੇ ਪਵਿੱਤਰ ਵਚਨ ਲਈ, ਤੇਰੇ ਵੱਡੇ ਕੰਮਾਂ ਲਈ, ਉਸ ਦਲੇਰੀ ਲਈ ਖੁਦਾਵੰਦ ਖੁਦਾ, ਉਸ ਈਮਾਨ ਲਈ, ਤੇਰੀ ਵਫਾਦਾਰੀ ਲਈ ਜਿਹੜੀ ਤੂੰ ਸਾਬਤ ਕੀਤੀ ਆਪਣੇ ਬੰਦੇ ਦੀ ਜ਼ਿੰਦਗੀ 'ਚ ਖੁਦਾਵੰਦ ਖੁਦਾ। ਤੇਰਾ ਸ਼ੁਕਰ ਕਰਨੇ ਕਿ ਤੂੰ ਅੱਜ ਵੀ ਹਰ ਰੋਜ਼ ਖੁਦਾਵੰਦ ਖੁਦਾ ਇਨਸਾਨਾਂ ਨੂੰ ਮੁਕਤੀ ਦੇਣ ਡਿਆ ਹੈ ਖੁਦਾਵੰਦ ਖੁਦਾ। ਤੂੰ ਹਰ ਰੋਜ਼ ਸਾਡਾ ਬੋਝ ਉਠਾਉਣ ਵਾਲਾ ਪਰਮੇਸ਼ਵਰ ਹੈ। ਤੇਰਾ ਸ਼ੁਕਰ ਕਰਨੇ ਖੁਦਾਵੰਦ ਖੁਦਾ ਇਸ ਟੀਵੀ ਸਟੇਸ਼ਨ ਲਈ, ਖੁਦਾਵੰਦ ਦੇ ਸਟੂਡੀਓ ਲਈ, ਇਹਨੂੰ ਚਲਾਉਣ ਵਾਲਿਆਂ ਲਈ ਖੁਦਾਵੰਦ ਤੇਰਾ ਧੰਨਵਾਦ ਕਰਨੇ ਆ। ਜਿਵੇਂ ਜਿਵੇਂ ਟੈਲੀਕਾਸਟ ਹੋਇਆ ਹੈ ਪ੍ਰੋਗਰਾਮ, ਜਿਹੜੇ ਭੈਣਾਂ ਭਰਾਵਾਂ ਨੇ ਸੁਣਿਆ ਹੈ, ਜਿਹੜੇ ਭੈਣ ਭਰਾ ਫੋਨ ਕਾਲ ਨਹੀਂ ਕਰ ਸਕੇ, ਜਿਨ੍ਹਾਂ ਦੇ ਬਦਨਾਂ 'ਚ ਰੋਗ ਨੇ, ਜਿਨ੍ਹਾਂ ਦੇ ਘਰਾਂ 'ਚ ਸ਼ਾਂਤੀ ਨਹੀਂ ਹੈ, ਜਿਹੜੇ ਬੇਰੋਜ਼ਗਾਰ ਨੇ, ਜਿਨ੍ਹਾਂ ਦੇ ਦਿਲਾਂ 'ਚ ਚੈਨ ਨਹੀਂ ਹੈ, ਜਿਨ੍ਹਾਂ ਨੂੰ ਡਰ ਤੇ ਖੌਫ ਲੱਗਦਾ ਹੈ, ਜਿਹੜੇ ਖੁਦਾਬੰਦ ਤੈਨੂੰ ਜਾਣਦੇ ਹੋਏ ਵੀ ਦੁਨੀਆ ਤੋਂ ਡਰਦੇ ਹੋਏ ਤੇਰਾ ਇਕਰਾਰ ਨਹੀਂ ਕਰਦੇ, ਉਹਨਾਂ ਸਭ ਦੇ ਲਈ ਖੁਦਾ ਬਾਪ ਮੈਂ ਤੇਰੀ ਦਲੇਰੀ, ਤੇਰੀ ਸ਼ਾਂਤੀ, ਤੇਰੀ ਸ਼ਿਫਾ ਮੰਗ ਲੈਣਾ ਖੁਦਾਵੰਦ ਖੁਦਾ। ਹਾਂ ਖੁਦਾ ਬਾਪ, ਤੂੰ ਹੀ ਈਮਾਨ ਦੇਣਾ ਹੈ ਖੁਦਾਵੰਦ ਖੁਦਾ, ਤੂੰ ਹੀ ਬੋਲਣ ਦਾ ਫਜ਼ਲ ਦੇਣਾ ਹੈ ਖੁਦਾਵੰਦ ਖੁਦਾ, ਤੂੰ ਹੀ ਦਲੇਰੀ ਦਾ ਆਤਮਾ ਦੇਣਾ ਹੈ ਖੁਦਾਵੰਦ ਖੁਦਾ। ਭਾਈ ਜੌਨ ਮਸੀਹ ਲਈ, ਉਹਦੇ ਪਰਿਵਾਰ ਲਈ, ਭਾਈ ਸੈਂਬਲ ਵਾਸਤੇ, ਉਹਨਾਂ ਦੇ ਬੀਵੀ ਬੱਚਿਆਂ ਲਈ ਖੁਦਾਵੰਦ ਖੁਦਾ, ਟੈਰੀ ਵਾਸਤੇ, ਆਪਣੇ ਲਈ ਖੁਦਾਵੰਦ ਖੁਦਾ, ਤੇਰੀ ਦਇਆ, ਤੇਰੀ ਕਿਰਪਾ ਮੰਗਣਾ ਖੁਦਾਵੰਦ ਖੁਦਾ ਕਿ ਜਿਵੇਂ ਖੁਦਾਵੰਦ ਤੂੰ ਵੱਡੇ ਕੰਮ ਸਾਡੀ ਜ਼ਿੰਦਗੀ 'ਚ ਕੀਤੇ ਨੇ ਖੁਦਾਵੰਦ, ਜਿਵੇਂ ਤੂੰ ਆਖਿਆ ਕਿ ਨਾ ਕਦੀ ਤੈਨੂੰ ਛੱਡਾਂਗਾ ਤੇ ਨਾ ਤਿਆਗਾਂਗਾ, ਅਸੀਂ ਵੀ ਆਖ ਸਕੀਏ ਖੁਦਾ ਬਾਪ, ਅਸੀਂ ਵੀ ਆਖ ਸਕੀਏ ਪ੍ਰਭੂ ਯਿਸੂ ਜੀ ਨਾ ਤੈਨੂੰ ਕਦੀ ਛੱਡਾਂਗੇ ਨਾ ਤਿਆਗਾਂਗੇ ਖੁਦਾਵੰਦ ਖੁਦਾ। ਜਿਵੇਂ ਤੂੰ ਸਾਡੇ ਵਾਸਤੇ ਦੁੱਖ ਉਠਾਏ ਨੇ, ਅਸੀਂ ਵੀ ਤੇਰੇ ਲਈ ਦੁੱਖ ਉਠਾਉਣ ਲਈ ਤਿਆਰ ਹੋ ਸਕੀਏ ਖੁਦਾਵੰਦ। ਆਪਣੇ ਦਲੇਰੀ ਦੇ ਨਾਲ ਭਰ ਦੇ ਖੁਦਾਵੰਦ, ਸੁਣਨ ਵਾਲਿਆਂ ਨੂੰ ਬੜੀ ਬਰਕਤ ਦੇ, ਉਹਨਾਂ ਘਰਾਂ 'ਚ ਸੁੱਖ ਸ਼ਾਂਤੀ ਹੋਏ ਖੁਦਾਵੰਦ, ਉਹਨਾਂ ਦੇ ਬਦਨੀ ਰੋਗ ਜਾਂਦੇ ਰਹਿਣ, ਉਹਨਾਂ ਦੇ ਦਿਲ ਦੇ ਡਰ ਤੇ ਖੌਫ ਜਾਂਦੇ ਰਹਿਣ, ਬੇਰੋਜ਼ਗਾਰੀ ਜਾਂਦੀ ਰਹੇ, ਘਰਾਂ 'ਚ ਕਲੇਸ਼ ਜਾਂਦੇ ਰਹਿਣ ਖੁਦਾਵੰਦ ਖੁਦਾ। ਔਰ ਇਹ ਸਟੂਡੀਓ ਖੁਦਾਵੰਦ ਦਾ ਆਬਾਦ ਰਵੇ, ਇੱਥੇ ਹੋਰ ਵੀ ਜ਼ਿਆਦਾ ਪ੍ਰੋਗਰਾਮ ਤੇਰੇ ਨਾਮ ਨੂੰ ਜਲਾਲ ਦੇਣ ਵਾਸਤੇ ਹੁੰਦੇ ਰਹਿਣ ਖੁਦਾਵੰਦ ਖੁਦਾ। ਯੈਸ ਲੋਰਡ,
तेरे ही महान और मुबारक यस्सू नाम च मंग के पा लैने आ ਆਮੀਨ आमीन। ਦੋਸਤੋ ਸਾਨੂੰ ਇੰਤਜ਼ਾਰ ਰਹੇਗਾ ਅਗਲੇ ਸੈਟਰਡੇ ਫਿਰ ਤੁਹਾਡਾ, ਔਰ ਸੁਣਦੇ ਰਹਿਣਾ ਔਰ ਵਾਚ ਕਰਦੇ ਰਹਿਣਾ, ਪਰਮੇਸ਼ਵਰ ਦੇ ਵਚਨ ਦੇ ਨਾਲ ਲੱਗੇ ਰਹਿਣਾ, ਆਪਣੀ ਤਿਆਰੀ ਰੱਖਣੀ। ਪਰਮੇਸ਼ਵਰ ਹਰ ਕੁਝ ਕਰਨ ਦੀ ਤਾਕਤ ਰੱਖਦਾ। ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਫਿਰ ਪ੍ਰਭੂ ਸਭ ਨੂੰ ਸੰਭਾਲੇ। ਜੈ ਮਸੀਹ ਦੀ। जय मसीह, ਗॉड जय मसीह।